ਜਸ ਪੰਜਾਬੀ ਦੇਖਦੇ ਹੋਏ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੁਹਾਡਾ ਸਵਾਗਤ ਪ੍ਰੋਗਰਾਮ ਅੱਜ ਦਾ ਮੁੱਦਾ ਦੇ ਵਿੱਚ। ਮੈਂ ਤੁਹਾਡੀ ਹੋਸਟ ਆਸ਼ਮਿਤਾ ਸਾਰਿਆਂ ਨੂੰ ਇਸ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਇੱਕ ਵਾਰੀ ਫਿਰ ਨਿੱਘਾ ਸਵਾਗਤ ਕਰਦੇ ਹਾਂ। ਉਮੀਦ ਹੈ ਤੁਹਾਡਾ ਵੀਕਐਂਡ ਬਹੁਤ ਵਧੀਆ ਰਿਹਾ ਹੋਏਗਾ। ਸਾਡਾ ਵੀਕਐਂਡ ਸ਼ੁਰੂ ਹੋਇਆ ਸੀਐਟਲ ਵਾਸ਼ਿੰਗਟਨ ਸਟੇਟ ਦੇ ਵਿੱਚ ਬਿਕਾਜ਼ ਇੱਕ ਵਾਰੀ ਫਿਰ ਇਸ ਦਸੰਬਰ ਇਸ ਈਅਰ ਐਂਡ ਦੇ ਵਿੱਚ ਪੰਜਾਬ ਦੀ ਇੱਕ ਇਹੋ ਜਿਹੀ ਸੰਸਥਾ ਜੋ ਪੰਜਾਬ ਦੇ ਵੱਖ-ਵੱਖ ਮੁੱਦਿਆਂ ਉੱਤੇ ਸੁਧਾਰ ਲੈ ਕੇ ਆ ਰਹੀ ਹੈ, ਯੂਨਾਈਟਿਡ ਸਟੇਟਸ ਸੰਗਤਾਂ ਦੇ ਨਾਲ ਮਿਲਣ ਲਈ ਇੱਥੇ ਪਹੁੰਚ ਚੁੱਕੀ ਹੈ। ਮੈਂ ਗੱਲ ਕਰ ਰਹੀ ਹਾਂ ਬੜੂ ਸਾਹਿਬ ਕਲਗੀਧਰ ਟਰੱਸਟ ਸੰਸਥਾ ਬਾਰੇ ਐਂਡ ਉਹਨਾਂ ਦੀ ਲੀਡਰਸ਼ਿਪ ਡਾਕਟਰ ਦਵਿੰਦਰ ਸਿੰਘ ਜੀ ਇੱਕ ਵਾਰੀ ਫਿਰ USA ਸੰਗਤਾਂ ਦੇ ਨਾਲ ਰੂਬਰੂ ਹੋਣ ਲਈ ਪਹੁੰਚੇ ਹਨ। ਇਹ ਮੰਥ ਲੌਂਗ ਟੂਰ ਦੀ ਸ਼ੁਰੂਆਤ ਆਫ ਕੋਰਸ ਇੱਕ ਵਾਰੀ ਫਿਰ ਸੀਐਟਲ ਤੋਂ ਕੀਤੀ ਜਾ ਰਹੀ ਹੈ ਤੇ ਇੱਥੇ ਦੀ ਸੰਗਤਾਂ ਨੇ ਇੰਨੇ ਪਿਆਰ ਇੰਨੇ ਉਤਸ਼ਾਹ ਦੇ ਨਾਲ ਨਾ ਕਿ ਸਿਰਫ ਬੜੂ ਸਾਹਿਬ ਦੀ ਟੀਮ ਤੇ ਸੇਵਾਦਾਰਾਂ ਨੂੰ ਇੱਥੇ ਸੱਦਿਆ ਬਟ ਸਾਨੂੰ ਵੀ ਸੱਦਿਆ। ਸੋ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਇਸ ਟੂਰ ਦੇ ਪਹਿਲੇ ਅਫੀਸ਼ੀਅਲ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਸਵਾਗਤ ਕਰਦੇ ਹੋਏ ਐਂਡ ਆਫ ਕੋਰਸ ਜਿੱਥੇ ਅਸੀਂ ਗੱਲ ਕਰ ਰਹੇ ਹਾਂ ਸੇਵਾਦਾਰਾਂ ਦੀ ਅਤੇ ਇਸ ਸੰਸਥਾ ਦੀ। ਸੋ ਇਸ ਪਹਿਲੇ ਪੈਨਲ ਦੇ ਵਿੱਚ ਸਾਡੇ ਨਾਲ ਜੁੜੇ ਹੋਏ ਹਨ ਆਫ ਕੋਰਸ ਡਾਕਟਰ ਦਵਿੰਦਰ ਸਿੰਘ ਜੀ। ਸਭ ਤੋਂ ਪਹਿਲੇ ਤੁਹਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਦਵਿੰਦਰ ਸਿੰਘ ਜੀ ਦੇ ਨਾਲ ਇੱਥੇ ਸੀਐਟਲ ਮੁੱਖ ਸੇਵਾਦਾਰ ਬੜੂ ਸਾਹਿਬ ਕਲਗੀਧਰ ਟਰੱਸਟ ਸੰਸਥਾ ਦੇ ਨਾਲ ਕਿੰਨੇ ਪੁਰਾਣੇ ਤੋਂ ਜੁੜੇ ਹੋਏ ਹਨ ਡਾਕਟਰ ਸਰਬਜੀਤ ਸਿੰਘ ਵਿਰਕ ਜੀ ਐਂਡ ਸਾਡੇ ਇੱਥੇ ਲੋਕਲ ਸੰਗਤ ਵੱਲੋਂ ਪੈਨਲਿਸਟ ਹਰਸ਼ਵਿੰਦਰ ਸਿੰਘ ਜੀ। ਤੁਹਾਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਦਵਿੰਦਰ ਸਿੰਘ ਜੀ ਇੱਕ ਵਾਰੀ ਫਿਰ ਅਸੀਂ ਇਸ ਟੂਰ ਨੂੰ ਲੈ ਕੇ ਕਿਕ ਆਫ ਕਰ ਰਹੇ ਹਾਂ ਸੀਐਟਲ ਤੋਂ। ਤੁਸੀਂ ਨਾ ਕਿ ਸਿਰਫ ਮਿਸ਼ਨ ਦਾ ਮੈਸੇਜ ਲੈ ਕੇ ਇੱਥੇ ਪਹੁੰਚੇ ਹੋ, ਕੁਝ ਅਪਡੇਟਸ ਲੈ ਕੇ ਸੰਗਤਾਂ ਦੇ ਨਾਲ ਤੁਸੀਂ ਕਨੈਕਟ ਕਰ ਰਹੇ ਹੋ ਬਟ ਮੋਸਟ ਇੰਪੋਰਟੈਂਟਲੀ ਜੋ ਇਸ ਸੰਸਥਾ ਦਾ ਮਿਸ਼ਨ ਨਾ ਕਿ ਸਿਰਫ ਤੁਹਾਡੀ ਅਗਵਾਈ ਹੇਠ ਸੰਤ ਬਾਬਾ ਇਕਬਾਲ ਸਿੰਘ ਜੀ ਦੀ ਲੀਡਰਸ਼ਿਪ ਹੇਠ ਜਾਂ ਉਹ ਤੋਂ ਵੀ ਪਹਿਲੇ ਇਹ ਮਿਸ਼ਨ ਐਜੂਕੇਸ਼ਨ ਅਤੇ ਇੰਪਾਵਰਮੈਂਟ ਦਾ ਰਿਹਾ ਹੈ। ਮੈਂ ਚਾਹਾਂਗੀ ਡਾਕਟਰ ਦਵਿੰਦਰ ਸਿੰਘ ਜੀ ਇੱਕ ਵਾਰੀ ਫਿਰ ਜਿਨ੍ਹਾਂ ਨੂੰ ਕਿਸੇ ਵੀ ਕਾਰਨ ਕਰਕੇ ਇਸ ਸੰਸਥਾ ਬਾਰੇ ਨਹੀਂ ਜਾਣਕਾਰੀ ਪੂਰੀ ਤਰ੍ਹਾਂ ਅਵੇਅਰਨੈਸ ਨਹੀਂ ਹੈਗੀ ਉਹਨਾਂ ਨੂੰ ਤੁਸੀਂ ਕੀ ਦੱਸ ਸਕਦੇ ਹੋ ਕਿ ਕਿੰਨੇ ਲੈਵਲ ਤੇ ਬੜੂ ਸਾਹਿਬ ਕਲਗੀਧਰ ਟਰੱਸਟ ਸੰਸਥਾ ਇਸ ਵੇਲੇ ਸੇਵਾਵਾਂ ਨਿਭਾ ਰਹੀ ਹੈ। ਥੈਂਕ ਯੂ ਅਸ਼ਮਿਤਾ ਜੀ। ਜਿਹੜੀ ਬੜੂ ਸਾਹਿਬ ਸੰਸਥਾ ਹੈ ਇਹ ਇਸ ਦੀ ਨੀਂਹ ਰੱਖੀ ਸੀ ਸੰਤ ਬਾਬਾ ਅਤਰ ਸਿੰਘ ਮਹਾਰਾਜ ਜੀ ਨੇ 1904 ਵਿੱਚ। ਉਹਨਾਂ ਨੇ ਇਹ ਐਨਵਿਜ਼ਨ ਕੀਤਾ ਸੀ ਕਿ ਆਉਣ ਵਾਲਾ ਜੋ ਯੁੱਗ ਹੈ ਸਾਇੰਸ ਦਾ ਯੁੱਗ ਹੈ ਤੇ ਜੇ ਅਸੀਂ ਸਾਇੰਸਦਾਨਾਂ ਨੂੰ ਸਾਇੰਟਿਸਟਸ ਨੂੰ ਗੁਰੂ ਨਾਲ ਨਹੀਂ ਜੋੜਿਆ ਅਧਿਆਤਮ ਨਾਲ ਨਹੀਂ ਜੋੜਿਆ ਉਹਨਾਂ 'ਚ ਦੈਵੀ ਗੁਣ ਨਹੀਂ ਪਾਏ ਤੇ ਉਹ ਐਸੀ ਇਨਵੈਂਸ਼ਨਸ ਕਰਨਗੇ ਐਸੀ ਕਾਢਾਂ ਕੱਢਣਗੇ ਜਿਸ ਨਾਲ ਕਿ ਦੁਨੀਆ ਦੀ ਡਿਸਟਰਕਸ਼ਨ ਹੋ ਜਾਏਗੀ। ਇਹ ਉਹਨਾਂ ਦੀ ਵਿਜ਼ਨ ਸੀ 1900 ਦੇ ਆਸ-ਪਾਸ। ਹਾਲਾਂਕਿ ਉਹ ਕਿਸੇ ਵੀ ਸਕੂਲ ਵਿੱਚ ਨਹੀਂ ਸੀ ਗਏ ਪਰ ਉਹਨਾਂ ਨੂੰ ਇਹ ਕਲੈਰਿਟੀ ਸੀ ਕਿ ਅਸੀਂ ਜੇ ਪੰਥ ਨੂੰ ਕੌਮ ਨੂੰ ਅੱਗੇ ਲੈ ਕੇ ਜਾਣਾ ਹੈ ਤੇ ਐਜੂਕੇਸ਼ਨ ਬਹੁਤ ਜ਼ਰੂਰੀ ਹੈ। ਸੋ ਇਹ ਸੋਚ ਕੇ ਉਹਨਾਂ ਨੇ ਤਕਰੀਬਨ ਅਰਲੀ 20th ਸੈਂਚੁਰੀ ਵਿੱਚ ਉਹਨਾਂ ਨੇ ਲੜਕੀਆਂ ਦਾ ਸਕੂਲ ਖੋਲ੍ਹਿਆ ਪਹਿਲਾਂ, ਫਿਰ ਲੜਕਿਆਂ ਦਾ ਸਕੂਲ ਖੋਲ੍ਹਿਆ, ਫਿਰ ਕਾਲਜ ਖੋਲ੍ਹਿਆ ਅਕਾਲ ਕਾਲਜ ਮਸਤੂਆਣਾ ਸਾਹਿਬ ਵਿਖੇ ਤੇ ਆਪਣੇ ਸੇਵਕ ਸੰਤ ਤੇਜਾ ਸਿੰਘ ਮਹਾਰਾਜ ਜੀ ਨੂੰ ਉਹਨਾਂ ਨੇ ਉਚੇਚਾ ਇੰਗਲੈਂਡ ਅਮਰੀਕਾ ਦੇ ਦੌਰੇ 'ਤੇ ਭੇਜਿਆ ਕਿ ਬਈ ਜਾਓ ਉੱਥੋਂ ਐਜੂਕੇਸ਼ਨ ਦੀ ਨਵੀਆਂ ਟੈਕਨੀਕ ਸਿੱਖੇ ਆਓ ਤਾਂ ਕਿ ਅਸੀਂ ਇੱਥੇ ਐਜੂਕੇਸ਼ਨ ਪ੍ਰਦਾਨ ਕਰਨੀ ਹੈ। ਸੋ ਉਹ ਇਹ ਚਾਹ ਰਹੇ ਸੀਗੇ ਕਿ ਅਸੀਂ ਕਿ ਜਿਹੜੀ ਅਧਿਆਤਮਕ ਸਿੱਖਿਆ ਹੈ ਕੇਵਲ ਅਸੀਂ ਪ੍ਰਚਾਰਕਾਂ ਤੱਕ ਸੀਮਿਤ ਨਾ ਕਰੀਏ। ਸਾਡਾ ਹਰ ਬੱਚਾ ਕਿਸੇ ਵੀ ਉਹ ਫੀਲਡ ਵਿੱਚ ਹੈ ਪਰ ਚੱਲਦਾ ਫਿਰਦਾ ਗੁਰਦੁਆਰਾ ਹੋਏ ਜੋ ਗੁਰੂ ਨਾਨਕ ਦਾ ਮੈਸੇਜ ਹੈ ਉਹ ਦੇ ਸਕੇ ਪੂਰੀ ਦੁਨੀਆ ਨੂੰ, ਤਾਂ ਹੀ ਸ਼ਾਂਤੀ ਆਏਗੀ। ਇਹ ਉਹਨਾਂ ਦੀ ਵਿਜ਼ਨ ਸੀ ਤੇ ਨਾਲ ਹੀ ਉਹਨਾਂ ਨੇ ਇਹ ਬਚਨ ਕੀਤਾ ਸੀ ਕਿ ਹਿਮਾਲਿਆ ਪਰਬਤ ਵਿੱਚ ਇੱਕ ਐਸਾ ਸਥਾਨ ਹੈ ਜਿੱਥੋਂ ਕਿ ਬੱਚੇ ਅਧਿਆਤਮਕ ਤੇ ਦੁਨਿਆਵੀ ਵਿੱਦਿਆ ਲੈ ਕੇ ਸਾਰੀ ਦੁਨੀਆ ਵਿੱਚ ਸ਼ਾਂਤੀ ਦਾ ਸੰਦੇਸ਼ਾ ਦੇਣਗੇ। ਸੋ ਜੇ ਤੁਸੀਂ ਪੁੱਛਦੇ ਹੋ ਕਿ ਸਾਡੀ ਮਿਸ਼ਨ ਕੀ ਹੈ, ਮਿਸ਼ਨ ਸਟੇਟਮੈਂਟ ਸਾਡੀ ਸੰਤ ਤੇਜਾ ਸਿੰਘ ਮਹਾਰਾਜ ਜੀ ਨੇ ਰੀਡਿਫਾਈਨ ਕੀਤੀ ਸੀ 1954 ਵਿੱਚ। ਇੱਕ ਜਾਪਾਨ ਵਿੱਚ ਵਰਲਡ ਰਿਲੀਜਨ ਕਾਨਫਰੰਸ ਹੋਈ ਸੀ ਉੱਥੇ। ਦਿਸ ਵਾਜ਼ ਸੂਨ ਆਫਟਰ ਦ ਸੈਕੰਡ ਵਰਲਡ ਵਾਰ। ਸਾਰਾ ਦੁਨੀਆ ਹਤਾਸ਼ ਸੀ, ਇਤਨੀ ਤਬਾਹੀ ਹੋਈ ਸੀ ਕਿ ਇਹ ਸਾਰੇ ਚਾਹੁੰਦੇ ਸੀ ਕਿ ਹੁਣ ਸ਼ਾਂਤੀ ਹੋਏ, ਪੀਸ ਇਸਟੈਬਲਿਸ਼ ਹੋਏ।
ਸੋ ਉਹ ਜਾਪਾਨ 'ਚ ਕਾਨਫਰੰਸ ਹੋਈ ਸੀ, ਵਰਲਡ ਰੀਜਨਲ ਕਾਨਫਰੰਸ, ਜਿਸ ਦਾ ਥੀਮ ਸੀਗਾ ਟੂ ਐਸਟੈਬਲਿਸ਼ ਪੀਸ ਇਨ ਦਾ ਵਰਲਡ। ਸੰਤ ਤੇਜਾ ਸਿੰਘ ਮਹਾਰਾਜ ਜੀ ਨੇ ਸਿੱਖ ਧਰਮ ਨੂੰ ਉੱਥੇ ਰਿਪਰੈਜ਼ੈਂਟ ਕੀਤਾ ਸੀ, ਸਿੱਖਾਂ ਦੇ ਰਿਪਰੈਜ਼ੈਂਟੇਟਿਵ ਸੀ, ਅਤੇ ਉੱਥੇ ਉਹਨਾਂ ਨੇ ਇਹ ਐਡਰੈਸ ਕੀਤਾ ਸੀ ਦ ਵੇ ਟੂ ਐਸਟੈਬਲਿਸ਼ ਪਰਮਾਨੈਂਟ ਪੀਸ ਇਨ ਦਾ ਵਰਲਡ। ਉਸ ਦਾ ਜੋ ਥੀਮ ਸੀ ਟਾਕ ਦਾ ਉਹ ਇਹ ਸੀ, the only way to establish permanent peace in the world is by imparting spiritualized education at a very young age. So ਜੇ ਅਸੀਂ ਬੱਚੇ ਵਿੱਚ ਦੈਵੀ ਗੁਣ ਦੇਣੇ ਹੈ, ਦਇਆ ਦਾ, ਕਰੁਣਾ ਦਾ, ਸੰਤੋਖ ਦਾ, ਸਹਿਜਤਾ ਦਾ, ਸਹਿਨਸ਼ੀਲਤਾ ਦਾ, ਜੇ ਇਹ ਉੱਚ ਗੁਣ ਪਾਉਣੇ ਹਨ ਤੇ ਇਹ ਬਹੁਤ ਹੀ ਛੋਟੀ ਉਮਰ ਵਿੱਚ ਇਸ ਨੂੰ ਦੇਣਾ ਪੈਂਦਾ ਹੈ। ਸਾਈਕੋਲੋਜਿਸਟ ਤੇ ਕਹਿੰਦੇ ਹਨ ਕਿ the time between 3 and 5 years is the most crucial period. ਉਸ ਵੇਲੇ ਜੇ ਬੱਚੇ ਨੂੰ ਅਸੀਂ ਪਿਆਰ ਦਈਏ, ਉਸ ਨੂੰ ਪਿਆਰ ਦੀ ਭਾਸ਼ਾ ਸਿਖਾਈਏ, ਤੇ ਕਾਫੀ ਚਾਂਸ ਹੈ ਕਿ ਵੱਡਾ ਹੋ ਕੇ ਉਹ ਪਿਆਰ ਵੰਡੇਗਾ। ਮੈਂ ਇੱਕ ਪਿੱਛੇ ਸਾਈਕੋਲੋਜਿਸਟ ਨੂੰ ਮਿਲਿਆ ਸੀ ਇੰਗਲੈਂਡ। ਸ਼ੀ ਸੈਡ ਕਿ ਈਵਨ 5 is too late। ਜੋ ਬੰਦੇ ਨੇ ਬਣਨਾ 3 ਸਾਲ ਤੱਕ ਜੋ ਬੱਚੇ ਦੇ ਮਾਈਂਡ 'ਚ ਉਹ ਇੰਪ੍ਰਿੰਟ ਕਰ ਜਾਂਦੇ ਹੈ, ਉਹੀ ਉਸੀ ਤਰ੍ਹਾਂ ਉਸ ਨੂੰ ਜੀਵਨ ਨੂੰ ਘੜ ਦਿੰਦੇ ਹੈਗੇ। ਸੋ ਇਹ ਹੁਣ ਸਾਈਕੋਲੋਜਿਸਟ ਇਵੈਲੂਏਟ ਕਰ ਰਹੇ ਆ, ਪਰ ਸੰਤਾਂ ਦਾ ਬੜਾ ਕਲੈਰਿਟੀ ਸੀ ਕਿ ਛੋਟੇ ਜਿਹੇ ਬੱਚੇ ਨੂੰ ਅਸੀਂ ਉਹ ਵੈਲਿਊਜ਼ ਇੰਪਾਰਟ ਕਰ ਦਈਏ। ਜੇ ਸੋਚੀਏ ਕਿ ਵੱਡਾ ਹੋ ਕੇ ਉਸ ਵਿੱਚ ਅਸੀਂ ਥਰਸਟ ਕਰਾਂਗੇ ਵੈਲਿਊਜ਼, ਇਟ ਡਜ਼ਨਟ ਹੈਪਨ। ਸੋ ਇਹ ਸਾਡਾ ਜੋ ਬੁਨਿਆਦੀ ਜੋ ਸਾਨੂੰ ਆਦੇਸ਼ ਸੰਤਾਂ ਦਾ ਉਹ ਸੀ ਕਿ ਬਈ ਐਜੂਕੇਸ਼ਨ ਪ੍ਰਦਾਨ ਕਰਨੀ ਹੈ, ਔਰ ਉਸ ਦੀ ਬੁਨਿਆਦ ਅਧਿਆਤਮ ਦੀ ਹੋਏ, ਸਪਿਰਿਚੁਅਲਿਟੀ ਦੀ ਹੋਏ। ਗੁਰੂ ਨਾਨਕ ਸਾਹਿਬ ਦੇ ਬਚਨ ਹਨ, ਪੜ੍ਹਿਆ ਮੂਰਖ ਆਖੀਏ ਜਿਤ ਲਬ ਲੋਭ ਅਹੰਕਾਰ, that literate man is a fool who is mired in attachment, greed and vanity। ਤੇ ਨਾਲ ਹੀ ਬਚਨ ਹਨ, ਵਿਦਿਆ ਵਿਚਾਰੀ ਤਾਂ ਪਰ ਉਪਕਾਰੀ। ਸੋ ਡੈਫੀਨੇਸ਼ਨ ਆਫ ਬੀਇੰਗ ਐਜੂਕੇਟਿਡ ਇਜ਼ ਕਿ ਜੋ ਉਹ ਨੌਲੇਜ ਗੇਨ ਕਰ ਰਿਹਾ, ਜੇ ਉਹ ਪਰਉਪਕਾਰ ਵਿੱਚ ਇਸਤੇਮਾਲ ਹੋ ਰਿਹਾ ਹੈ, then that person by Guru Nanak's definition he is educated, otherwise he is a mere literate in any field। ਚਾਹੇ ਤੁਸੀਂ ਵੱਡੇ ਸਾਇੰਟਿਸਟ ਬਣ ਜਾਓ, ਚਾਹੇ ਕਾਰਡੀਓਲੋਜਿਸਟ ਬਣ ਜਾਓ, ਜੇ ਉਹ ਨੌਲੇਜ ਤੁਸੀਂ ਇਸਤੇਮਾਲ ਨਹੀਂ ਕਰ ਰਹੇ ਭਲੇ ਵਾਸਤੇ, ਪਰਉਪਕਾਰ ਵਾਸਤੇ, ਤੇ ਗੁਰੂ ਨਾਨਕ ਦੀ ਪਰਿਭਾਸ਼ਾ ਵਿੱਚ ਉਹ ਅਨਐਜੂਕੇਟਿਡ ਹੈ। ਜੋ ਬੇਸਿਕ ਕਨਸੈਪਟ ਦੇ ਨਾਲ ਸੰਤ ਤੇਜਾ ਸਿੰਘ ਮਹਾਰਾਜ ਜੀ ਦੇ ਸੇਵਕ ਸੰਤ ਬਾਬਾ ਇਕਬਾਲ ਸਿੰਘ ਜੀ, ਉਹਨਾਂ ਨੇ ਇਹ ਬੀੜਾ ਚੁੱਕੀ ਸੀ ਕਿ ਬਈ ਜੋ ਸੰਦੇਸ਼ਾ ਹੈ ਸੰਤਾਂ ਦਾ, ਜੋ ਗੁਰੂ ਨਾਨਕ ਸਾਹਿਬ ਦਾ ਸੰਦੇਸ਼ ਹੈ ਕਿ ਸ਼ਾਂਤੀ ਫੈਲਾਣੀ ਹੈ। ਸੋ ਉਹਨਾਂ ਨੇ 5 ਬੱਚਿਆਂ ਨਾਲ ਬੜੂ ਸਾਹਿਬ ਅਕਾਲ ਅਕੈਡਮੀ ਸ਼ੁਰੂ ਕੀਤੀ ਸੀ 86 ਵਿੱਚ, ਔਰ ਇਹ ਸੰਤ ਤੇਜਾ ਸਿੰਘ ਮਹਾਰਾਜ ਜੀ ਨੇ 1959 ਵਿੱਚ ਬੜੂ ਸਾਹਿਬ ਆ ਕੇ ਅਖੰਡ ਪਾਠ ਰੱਖਿਆ ਸੀ। ਆਮ ਤੌਰ 'ਤੇ ਸੰਤ ਤੇਜਾ ਸਿੰਘ ਮਹਾਰਾਜ ਜੀ ਆਪ ਅਖੰਡ ਪਾਠ ਵਿੱਚ ਹਿੱਸਾ ਨਹੀਂ ਸੀ ਲੈਂਦੇ, ਪਰ ਇਸ ਵਾਰੀ ਉਹਨਾਂ ਨੇ ਲਿਆ ਸੀਗਾ। ਜਦ ਉਹ ਸੰਪੂਰਨ ਹੋਇਆ ਪਾਠ, ਅਰਦਾਸ ਕੀਤੀ, ਅਤੇ ਸੰਤ ਤੇਜਾ ਸਿੰਘ ਮਹਾਰਾਜ ਜੀ ਬਾਬਾ ਇਕਬਾਲ ਸਿੰਘ ਦੱਸਦੇ ਹਨ ਕਿ ਜੇ ਅੱਜ ਵੀ ਅਸੀਂ ਉਸ ਨੂੰ ਯਾਦ ਕਰਦੇ ਹਾਂ ਦ੍ਰਿਸ਼ ਨੂੰ, ਸਾਡੇ ਰੋਂਗਟੇ ਖੜੇ ਹੋ ਜਾਂਦੇ ਹਨ ਕਿ ਅਰਦਾਸ ਕਰਦੇ ਹੋਏ ਸੰਤ ਜੀ ਮਹਾਰਾਜ ਵਾਸ ਐਟ ਦੈਟ ਟਾਈਮ 79, ਅਤੇ ਕਿਸ ਤਰ੍ਹਾਂ 79 ਸਾਲ ਦਾ ਬਜ਼ੁਰਗ ਅਰਦਾਸ ਕਰਦੇ ਕਰਦੇ ਉੱਚੀ ਉੱਚੀ ਪੱਬਾਂ ਮਾਰ ਕੇ ਰੋਣ ਲੱਗ ਪਏ ਕਿ ਮਹਾਰਾਜ ਕਦੋਂ ਸਮਾਂ ਆਏਗਾ ਜਦ ਬੱਚੇ ਇੱਥੋਂ ਪੜ੍ਹ ਕੇ ਜਾਣਗੇ ਅਤੇ ਸ਼ਾਂਤੀ ਦਾ ਸੰਦੇਸ਼ਾ ਪੂਰੀ ਦੁਨੀਆ ਨੂੰ ਦੇਣਗੇ। ਜਦ ਅਰਦਾਸ ਪੂਰੀ ਹੋ ਗਈ ਅਤੇ ਸੰਗਤਾਂ ਨੇ ਪੁੱਛਿਆ ਕਿ ਮਹਾਰਾਜ ਤੁਸੀਂ ਕੀ ਕੌਤਕ ਵਰਤਾਏ, ਇੱਥੇ ਤਾਂ ਜੰਗਲ ਹੈਗਾ, ਇੱਥੇ ਨਾ ਸੜਕਾਂ ਹੈ, ਨਾ ਬਿਜਲੀ ਹੈ, ਸ਼ੇਰ ਭਾਲੂ ਘੁੰਮ ਰਹੇ ਹੈਗੇ, ਇੱਥੇ ਕੌਣ ਆ ਕੇ ਇਹ ਪੜ੍ਹੇਗਾ। ਕਹਿੰਦੇ ਜੋ ਅਸੀਂ ਕਹਿਣਾ ਸੀ ਕਹਿ ਦਿੱਤਾ। ਨਾਲ ਹੀ ਉਹਨਾਂ ਨੇ ਕਿਹਾ ਅਸੀਂ ਇੱਕ ਬੈਨੀਅਨ ਦਾ, ਬੋੜ ਦਾ ਬੀਜ ਬੋ ਚੱਲੇ ਹਾਂ ਜਿਸ ਦੀ ਟਹਿਣੀਆਂ ਪੂਰੇ ਉੱਤਰੀ ਭਾਰਤ 'ਚ ਫੈਲਣਗੀਆਂ। ਸੋ ਬਾਬਾ ਇਕਬਾਲ ਸਿੰਘ ਜੀ ਨੇ ਉੱਥੋਂ ਕਲੂ ਲੈ ਕੇ ਪਹਿਲਾਂ ਇਹ ਅਕਾਲ ਅਕੈਡਮੀ ਬੜੂ ਸਾਹਿਬ ਸ਼ੁਰੂ ਕੀਤਾ, ਫਿਰ ਉਹਨਾਂ ਨੇ ਸਾਰੇ ਪੰਜਾਬ ਵਿੱਚ, ਹਰਿਆਣਾ, ਰਾਜਸਥਾਨ, ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਐਗਜ਼ਿਸਟ ਕਰਦੇ ਹੈਗੇ, ਉੱਥੇ ਇਹ ਸਕੂਲ ਖੋਲ੍ਹੇ ਹੈਗੇ, 129 ਰੂਰਲ ਸਕੂਲਸ। ਸੋ ਇੱਕ ਤਾਂ ਸਾਡਾ ਇਹ ਮਿਸ਼ਨ ਹੈ ਐਜੂਕੇਸ਼ਨ ਦਾ, ਸਕੂਲ ਐਜੂਕੇਸ਼ਨ। ਜਦ ਇਹ ਸਕੂਲ ਬਣ ਗਏ, ਬੱਚੇ ਇੱਥੋਂ 10ਵੀਂ 12ਵੀਂ ਬਾਹਰ ਨਿਕਲਣ ਲੱਗੇ, ਅਤੇ ਸੰਗਤਾਂ ਆ ਕੇ ਬੇਨਤੀ ਕੀਤੀ ਕਿ ਮਹਾਰਾਜ ਤੁਸੀਂ ਬੱਚਿਆਂ ਨੂੰ 12ਵੀਂ ਤੱਕ ਤੇ ਇੱਕ ਮਾਹੌਲ ਦਿੱਤਾ ਹੋਇਆ, ਅਤੇ ਜਦ 12ਵੀਂ ਤੋਂ ਬਾਅਦ ਤੁਸੀਂ ਛੋੜ ਦਿੰਦੇ ਹੋ, ਅਤੇ ਇਵੇਂ ਪ੍ਰਤੀਤ ਹੁੰਦਾ ਹੈ ਕਿ ਤੁਸੀਂ ਇੱਕ ਬੱਚੇ ਦੇ
ਅੱਖਾਂ ਦੇ ਅੱਗੇ ਪੱਟੀ ਬੰਨ੍ਹ ਕੇ ਉਸ ਨੂੰ ਬਾਜ਼ਾਰ ਜਾ ਕੇ ਛੋੜ ਦਿਓ ਕਿ ਵੀ ਜਾ ਆਪਣਾ ਘਰ ਰਸਤਾ ਢੂੰਢ ਹੁਣ, ਉਹ ਗਵਾਚ ਜਾਂਦਾ ਹੈ। ਸੋ ਇਸੀ ਵਾਤਾਵਰਨ ਦੇ ਹਾਇਰ ਐਜੂਕੇਸ਼ਨ ਦੇ ਸੈਂਟਰਸ ਬਣਨੇ ਚਾਹੀਦੇ। ਸੋ ਦੈਨ ਬਾਬਾ ਜੀ ਮੇਡ ਦਿਸ ਮੋਮੈਂਟਸ ਡਿਸੀਜਨ ਕਿ ਅਸੀਂ ਯੂਨੀਵਰਸਿਟੀਆਂ ਖੋਲ੍ਹਣੀਆਂ। ਸੋ ਪਹਿਲੀ ਯੂਨੀਵਰਸਿਟੀ 2007 ਵਿੱਚ ਸ਼ੁਰੂ ਹੋਈ ਸੀ, 2009 ਵਿੱਚ ਉਹ ਇਸਟੈਬਲਿਸ਼ ਹੋ ਗਈ ਸੀ, ਇਟਰਨਲ ਯੂਨੀਵਰਸਿਟੀ ਬੜੂ ਸਾਹਿਬ। ਪਹਿਲੇ ਉਹ ਕੋ ਐਜੂਕੇਸ਼ਨ ਯੂਨੀਵਰਸਿਟੀ ਸੀ, ਬਾਅਦ ਵਿੱਚ ਫਿਰ ਬਾਬਾ ਜੀ ਨੇ ਇਹ ਨਿਰਣੇ ਲਿਆ ਕਿ ਨਹੀਂ, ਇਹ ਸਿਰਫ ਵਿਮਨ ਯੂਨੀਵਰਸਿਟੀ ਹੋਣੀ ਚਾਹੀਦੀ, ਕਿਉਂਕਿ ਉੱਥੇ ਅਸੀਂ ਬੇਸਿਕਲੀ ਵਿਮਨ ਐਮਪਾਵਰਮੈਂਟ ਦਾ ਬੜਾ ਸਟਰੋਂਗ ਪ੍ਰੋਗਰਾਮ ਕਰ ਰਹੇ ਹਾਂ ਬੜੂ ਸਾਹਿਬ। ਅਤੇ ਫਿਰ ਸੰਗਤਾਂ ਨੇ ਕਿਹਾ ਵੀ ਲੜਕੇ ਕਿੱਥੇ ਜਾਣ। ਫਿਰ ਸੰਗਤਾਂ ਨੇ ਇਹ ਨਿਰਣੇ ਲਿਆ ਕਿ ਬਈ ਅਕਾਲ ਯੂਨੀਵਰਸਿਟੀ ਤਲਵੰਡੀ ਸਾਬੋ, ਜਿੱਥੇ ਕਿ ਕਲਗੀਆਂ ਵਾਲਿਆਂ ਨੇ ਇਹ ਬਚਨ ਕੀਤਾ ਸੀ, ਇਹ ਪ੍ਰਗਟਿਓ ਹਮਾਰੀ ਕਾਸੀ ਪੜ੍ਹੇ ਹੈ ਟੋਰ ਮਤਰਾਸੀ। ਸੋ ਫਿਰ ਉੱਥੇ ਉਹ ਸੈਕੰਡ ਯੂਨੀਵਰਸਿਟੀ 2014 ਵਿੱਚ 2012 ਵਿੱਚ ਆਰੰਭੀ ਸੀ, 2014 ਵਿੱਚ ਉਹ ਸ਼ੁਰੂ ਹੋਈ। ਇਹ ਸਾਡੇ ਐਜੂਕੇਸ਼ਨ ਦੇ ਇਨੀਸ਼ੀਏਟਿਵਸ ਹੈਗੇ ਜੀ। ਓਬਜੈਕਟਿਵ ਬੜਾ ਕਲੀਅਰ ਹੈ ਕਿ ਬੱਚਿਆਂ ਨੂੰ ਅਧਿਆਤਮ ਦੇ ਨਾਲ ਜੋੜਨਾ। ਇਨ ਸਾਰੇ ਸਕੂਲਾਂ ਵਿੱਚ ਜੋ ਰੋਜ਼ ਦਾ ਕਰੀਕੁਲਮ 8 ਤੋਂ 9 ਵਜੇ ਸਾਰੇ ਸਕੂਲਾਂ ਵਿੱਚ ਪੰਜਾ ਬਾਣੀਆਂ ਦਾ ਨਿਤਨੇਮ ਹੁੰਦਾ ਹੈ। ਦਿਸ ਪ੍ਰੋਬੇਬਲੀ ਇਜ਼ ਦਾ ਓਨਲੀ ਆਰਗੇਨਾਈਜੇਸ਼ਨ ਜਿੱਥੇ ਕਿ ਇਤਨੇ 5 ਪ੍ਰਾਂਤਾਂ ਵਿੱਚ ਇਤਨੇ ਵੱਡੇ ਜੋਗ੍ਰਾਫਿਕਲ ਏਰੀਆ ਵਿੱਚ 70,000 ਬੱਚੇ ਸਵੇਰੇ 8 ਤੋਂ ਲੈ ਕੇ 9 ਵਜੇ ਤੱਕ ਸਾਈਮਲਟੇਨੀਅਸਲੀ ਇਕੱਠੇ ਨਿਤਨੇਮ ਕਰ ਰਹੇ ਹਨ। ਫਿਰ ਦੁਨਾਵੀ ਪੜ੍ਹਾਈ ਹੁੰਦੀ ਹੈ 5-6 ਘੰਟਿਆਂ ਦੀ, ਉਹ ਵੀ ਬੜੀ ਹਾਈ ਕੁਆਲਿਟੀ ਦੀ ਜੀ। ਅਸੀਂ ਇਹ ਬੜਾ ਕਲੈਰਿਟੀ ਹੈ ਸਾਨੂੰ ਕਿ ਸਾਡਾ ਹਰ ਬੱਚਾ ਪ੍ਰਚਾਰਕ ਹੋਏਗਾ ਔਰ ਸਾਡਾ ਹਰ ਬੱਚਾ ਪ੍ਰੋਫੈਸ਼ਨਲ ਹੋਏਗਾ, ਤਾਂ ਹੀ ਉਸਦਾ ਪੂਰਾ ਇੰਪੈਕਟ ਪੈਂਦਾ ਹੈ ਸੰਗਤਾਂ 'ਤੇ। ਕਿਉਂਕਿ ਸੰਗਤਾਂ ਇਹ ਦੇਖਦੀਆਂ ਹਨ, ਆਮ ਜੋ ਐਜੂਕੇਟਿਡ ਲੋਕ ਹਨ ਉਹ ਦੇਖਦੇ ਹਨ ਕਿ ਬਈ ਇਹ ਬੰਦਾ ਕਿੰਨਾ ਪੜ੍ਹਿਆ ਹੈਗਾ, ਕੀ ਇਸਦਾ ਅਹੁਦਾ ਹੈਗਾ, ਦੈਟ ਕੈਰੀਜ਼ ਐਨ ਇੰਪੈਕਟ। ਸੋ ਅਸੀਂ ਜਿਹੜੀ ਐਜੂਕੇਸ਼ਨ ਦਾ ਸਾਡਾ ਲੈਵਲ ਹੈ ਉਹ ਹੀ ਬਹੁਤ ਕੁਆਲਿਟੀ ਐਜੂਕੇਸ਼ਨ ਦਾ, ਹਾਈ ਲੈਵਲ ਐਜੂਕੇਸ਼ਨ ਦਾ। ਜਿੱਥੇ ਵੀ ਸਾਡੇ ਸਕੂਲਾਂ ਸਾਡੇ ਬੱਚੇ ਇਨਵੇਰੀਏਬਲੀ ਜਿਹੜੀ 12ਵੀਂ ਦਾ ਐਗਜ਼ਾਮ 10ਵੀਂ ਦਾ ਐਗਜ਼ਾਮ ਹੁੰਦਾ ਉਸ ਵਿੱਚ ਸਾਡੇ ਸਕੂਲ ਦੇ ਬੱਚੇ ਏਰੀਆ ਵਿੱਚ ਟੌਪ ਕਰ ਰਹੇ ਹੁੰਦੇ ਹਨ। ਇਸ ਵਾਰੀ ਪਿਛਲੇ ਸਾਲ ਸਾਡੇ ਤਕਰੀਬਨ 20% ਬੱਚੇ ਜੋ ਪਾਸ ਹੋਏ ਸੀਗੇ 12ਵੀਂ ਵਿੱਚ, they had scored above 90% in the CBSE board exams. 1/5, every fifth child was above 90. So this is the education initiative. ਇਸ ਤੋਂ ਇਲਾਵਾ ਸਾਡਾ ਕਾਫੀ ਕੰਮ ਹੈਗਾ ਹੈਲਥ ਸਾਈਡ 'ਤੇ ਵੀ, especially in the issue of drug addiction. ਇਹ ਸੈਕਿੰਡ ਪ੍ਰੋਬਲਮ ਹੈ ਪੰਜਾਬ ਦੀ। ਇੱਕ ਤਾਂ ਐਜੂਕੇਸ਼ਨ ਦੀ ਪ੍ਰੋਬਲਮ ਸੀ, ਸਪੈਸ਼ਲੀ ਰੂਰਲ ਐਜੂਕੇਸ਼ਨ ਉਸ ਕੰਟਰੀਬਿਊਟ ਕੀਤਾ। ਫਿਰ ਜੇ ਸੈਕਿੰਡ ਸੀਰੀਅਸ ਪ੍ਰੋਬਲਮ ਸੀਗੀ ਉਹ ਸੀ ਐਡਿਕਸ਼ਨ ਦੀ। ਸੋ ਉਸ ਦਾ ਪ੍ਰੀਵੈਂਸ਼ਨ ਵਿੱਚ ਅਸੀਂ ਰੋਲ ਪਲੇ ਕਰ ਰਹੇ ਹਾਂ। ਸਾਡੇ ਬੱਚੇ ਟਾਈਮ 'ਤੇ ਰੈਲੀਆਂ ਕੱਢਦੇ ਹਨ, ਹੋਰ ਇਨੀਸ਼ੀਏਟਿਵਸ ਕਰਦੇ ਹਨ, ਸਕਿਟਸ ਕਰਦੇ ਹਨ, ਜਾ ਕੇ ਸਟਰੀਟ ਪਲੇਸ ਕਰਦੇ ਹਨ ਪਿੰਡਾਂ ਵਿੱਚ ਜਾ ਕੇ ਕਿ ਬਈ ਨਸ਼ਾ ਨਹੀਂ ਕਰਨਾ। ਇੱਕ ਸਾਡੀ ਅਸੀਂ ਫਿਲਮ ਵੀ ਬਣਾਈ ਸੀ ਜਿਹਦਾ ਨਾਮ ਹੈ ਚੁੱਪ, YouTube 'ਤੇ ਅਵੇਲੇਬਲ ਹੈ। ਸੋ ਇਹ ਵੀ ਸਾਡਾ ਜੋ ਡੀ ਐਡਿਕਸ਼ਨ ਸੈਂਟਰ ਹੈ ਉਸਦਾ ਕੀ ਰੋਲ ਹੈ। ਹੁਣ ਤੱਕ ਅਸੀਂ ਜੋ ਚੀਮਾ ਸਾਡਾ ਡੀ ਐਡਿਕਸ਼ਨ ਸੈਂਟਰ ਹੈ ਉਸ ਵਿੱਚ ਤਕਰੀਬਨ 6,500 ਅਸੀਂ ਪੇਸ਼ੈਂਟਸ ਟਰੀਟ ਕਰ ਚੁੱਕੇ ਹਾਂ। ਬੜੂ ਸਾਹਿਬ ਵੀ ਦਾ ਡੀ ਐਡਿਕਸ਼ਨ ਸੈਂਟਰ ਹੈ ਜਿੱਥੇ ਕਿ ਸਪੈਸ਼ਲੀ ਫੈਸਿਲਿਟੀ ਹੈ ਲੇਡੀਜ਼ ਦੀ ਡੀ ਐਡਿਕਸ਼ਨ ਦੀ। ਇਸ ਸਮੇਂ ਵੀ ਉੱਥੇ ਕੈਲੀਫੋਰਨੀਆ ਤੋਂ ਬੱਚੀ ਆਈ ਹੋਈ ਹੈ ਜੋ ਉੱਥੇ ਅਸੀਂ ਉਸਨੂੰ ਹੈਲਪ ਕਰ ਰਹੇ ਹਾਂ ਟੂ ਓਵਰਕਮ ਦ ਮੈਨੇਸ ਆਫ ਡਰਗ ਐਡਿਕਸ਼ਨ। ਤੀਸਰਾ ਜੋ ਸਾਡਾ ਇਨੀਸ਼ੀਏਟਿਵ ਹੈ ਉਹ ਹੈ ਜੀ ਵਿਮਨ ਐਮਪਾਵਰਮੈਂਟ ਦਾ। ਸੋ ਇਹ ਵੀ ਅਸੀਂ ਇਸ 'ਤੇ ਬੜਾ ਅਸੀਂ ਅਹਿਮ ਰੋਲ ਪਲੇ ਕਰ ਰਹੇ ਹਾਂ। ਪਿੰਡਾਂ ਦੀ ਬੱਚਿਆਂ ਨੂੰ ਪੜ੍ਹਾਉਂਦੇ ਹਾਂ ਅਤੇ ਉਹਨਾਂ ਨੂੰ ਅਸੀਂ ਫਿਰ ਐਜੂਕੇਟ ਕਰਨ ਤੋਂ ਬਾਅਦ ਜੋਬਸ ਵੀ ਦਿੰਦੇ ਹਾਂ ਆਪਣੇ ਸਕੂਲਾਂ ਵਿੱਚ। ਸੋ ਇਹ ਤੀਸਰਾ ਇਨੀਸ਼ੀਏਟਿਵ ਹੈ। ਇੱਕ ਅਸੀਂ ਪਿੱਛੇ ਡਿਊਰਿੰਗ ਕੋਵਿਡ ਅਸੀਂ ਇੱਕ ਹੋਰ ਇਨੀਸ਼ੀਏਟਿਵ ਸ਼ੁਰੂ ਕੀਤਾ ਪੰਜਾਬੀ ਸਿਖਾਉਣ ਦਾ ਜੀ। ਸੋ ਇਹ ਆਓ ਪੰਜਾਬੀ ਸਿੱਖੀਏ, ਇਹ ਇਨੀਸ਼ੀਏਟਿਵ ਸੀ। ਇਹ ਵੀ ਇੰਟਰਸਟਿੰਗ ਸੀਗਾ ਜੀ ਕਿ ਜਿਸ ਵੇਲੇ ਕੋਵਿਡ ਹੋਇਆ ਅਤੇ ਅਚਾਨਕ ਇੱਕ ਦਿਨ ਮੈਨੂੰ ਜਸਪਾਲ ਵੀ ਜੀ ਜੋ ਸੈਕਰੇਮੈਂਟੋ ਰਹਿੰਦੇ ਉਹਨਾਂ ਦਾ ਫੋਨ ਆ ਗਿਆ ਕਿ ਕਿੱਦਾਂ ਚੱਲ ਰਿਹਾ। ਮੈਂ ਕਿਹਾ ਜੀ ਅਸੀਂ ਤਾਂ ਆਲਰੇਡੀ ਗੀਅਰਡ ਅਪ ਸੀਗੇ ਕਿ ਬਈ ਜਿਹੜਾ ਚਾਈਨਾ ਦਾ ਐਗਜ਼ਾਮਪਲ ਦੇਖ ਕੇ ਕਿ ਇੱਕ ਵਾਰੀ ਬਿਮਾਰੀ ਹਿੰਦੁਸਤਾਨ 'ਚ ਆ ਗਈ ਹੈ ਅਤੇ ਇਹ ਜਲਦੀ ਜਾਏਗੀ ਨਹੀਂ, ਸੋ ਸਕੂਲ ਬੰਦ ਰਹਿਣਗੇ। ਸੋ 24 ਮਾਰਚ ਨੂੰ ਕੋਵਿਡ ਦਾ ਜੋ ਅਨਾਊਂਸ ਕੀਤਾ ਪ੍ਰਾਈਮ ਮਿਨਿਸਟਰ ਨੇ ਕਿ ਬੰਦ, ਸਾਰਾ ਹਿੰਦੁਸਤਾਨ ਬੰਦ ਹੋ ਗਿਆ, ਜੋ ਜਿੱਥੇ ਉੱਥੇ ਹੀ ਰਹੇ। ਅਤੇ ਸਾਡੇ ਕੋਲ ਉਸ ਸਮੇਂ ਅਕਾਲ ਅਕੈਡਮੀ ਬੜੂ ਸਾਹਿਬ ਵਿੱਚ ਤਕਰੀਬਨ 750-800 ਬੱਚੇ ਸੀ ਜੋ ਕਿ ਉਸ ਟਾਈਮ ਉੱਥੇ ਰਹਿ ਰਹੇ ਸੀ। ਆਦੇਸ਼ ਹੋਗਾ ਕਿ ਜੋ ਜਿੱਥੇ ਉੱਥੇ ਹੀ ਰਹੇਗਾ।
सो प्रॉबेबली देयर वाज अ पीरियड जब कोविड आया 2020 ਵਿੱਚ ਵੀ ਪ੍ਰੋਬੇਬਲੀ ਵਰ ਦ ਓਨਲੀ ਸਕੂਲ ਇਨ ਦ ਐਂਟਾਇਰ ਏਸ਼ੀਆ ਪੈਸੀਫਿਕ ਰੀਜਨ ਜਿਹੜਾ ਚੱਲ ਰਿਹਾ ਸੀਗਾ ਵੀ ਹੈਡ ਅ ਨਾਰਮਲ ਫੰਕਸ਼ਨਿੰਗ ਸਕੂਲ ਬੱਚੇ ਉੱਥੇ ਰਹਿ ਰਹੇ ਸੀ ਪੜ੍ਹ ਰਹੇ ਸੀ ਨਿਤਨੇਮ ਕਰ ਰਹੇ ਸੀ ਖੇਡ ਰਹੇ ਸੀ ਬਿਕੋਜ਼ ਇਸ ਕੈਂਪਸ ਨੂੰ ਅਸੀਂ ਸੈਨੀਟਾਈਜ਼ ਕਰ ਲਿਆ ਸੀਗਾ ਵੀ ਡਿਡਨਟ ਅਲਾਉ ਐਨੀਵਨ ਟੂ ਐਂਟਰ ਨੋਰ ਵੁਡ ਐਨੀਵਨ ਲੀਵ ਇਫ ਦੇ ਲੀਵ ਦੈਨ ਦੇ ਡੋਂਟ ਕਮ ਬੈਕ ਸੋ ਅਸੀਂ 8-9 ਮਹੀਨੇ ਉਸੇ ਤਰ੍ਹਾਂ ਉਸ ਨੂੰ ਚਲਾਉਂਦੇ ਰਹੇ ਅਤੇ ਸੈਕੰਡਲੀ ਜਿਹੜੇ ਸਾਡੇ ਪਿੰਡਾਂ ਦੇ ਸਕੂਲ ਸੀ ਅਸੀਂ ਇਹ ਸਮਝ ਗਏ ਸੀ ਕਿ ਇਹ ਲੰਬਾ ਪ੍ਰੋਬਲਮ ਹੈ ਔਰ ਸਾਡਾ ਮੇਨ ਅਸੀਂ ਸੋਚਿਆ ਸੀ ਕਿ ਜੇ ਅਸੀਂ ਬੱਚਿਆਂ ਨੂੰ ਐਨਗੇਜ ਨਹੀਂ ਕੀਤਾ ਤਾਂ ਦਿਲ ਗੋ ਹੇਵਾਇਰ ਨਾਲੇ ਸਾਡਾ ਮੇਨ ਇਹ ਪ੍ਰੋਗਰਾਮ ਸੀ ਕਿ ਮੇਨ ਇਹ ਲਾਲਚ ਸੀ ਕਿ ਬੱਚਿਆਂ ਨੂੰ ਅਸੀਂ ਬੜੇ ਮੁਸ਼ਕਿਲ ਨਾਲ ਜੋੜਿਆ ਨਿਤਨੇਮ ਦੇ ਨਾਲ ਘਰਾਂ ਵਿੱਚ ਬੱਚਿਆਂ ਨੂੰ ਕੋਈ ਇੰਸਪੀਰੇਸ਼ਨ ਨਹੀਂ ਨਿਤਨੇਮ ਕਰਨ ਦੀ ਕੋਈ ਦਿਸ਼ਾ ਹੀ ਨਹੀਂ ਹੈ ਸੋ ਵੀ ਵਰ ਵੈਰੀ ਕੀਨ ਕਿ ਅਸੀਂ ਬੱਚਿਆਂ ਨੂੰ ਐਨਗੇਜ ਕਰ ਲਈਏ ਔਰ ਉਹਨਾਂ ਨੂੰ ਨਿਤਨੇਮ ਉਹਨਾਂ ਦਾ ਕੰਟੀਨਿਊ ਰਹੇ ਸੋ ਅਸੀਂ ਸਾਰੇ ਸਾਡੇ ਟੀਚਰਸ ਨਾਲ ਪ੍ਰਿੰਸੀਪਲਸ ਨਾਲ ਅਸੀਂ ਔਨਲਾਈਨ ਕਾਨਫਰੰਸ ਕੀਤੀ ਅਤੇ ਉਹਨਾਂ ਨੇ ਕਿਹਾ ਵੀ ਅਸੀਂ ਵੀ ਹੈਵ ਟੂ ਕੈਰੀ ਔਨ ਦ ਮਿਸ਼ਨ ਅਸੀਂ ਬੱਚਿਆਂ ਨੂੰ ਇਹਦੀ ਹੈਂਡ ਹੋਲਡਿੰਗ ਕਰਨੀ ਹੈ ਜੇ ਛੋੜ ਦਿੱਤਾ ਤਾਂ ਦਿਲ ਗੋ ਐਸਟਰੇ ਸੋ ਅਸੀਂ ਪ੍ਰੋਬੇਬਲੀ ਆਈ ਵੋਂਟ ਬੀ ਰੋਂਗ ਕਿ ਸਕੂਲ ਸਿਸਟਮਸ ਵਿੱਚ all over the world we were probably the first ones ਕਿ within 24 ਮਈ ਨੂੰ ਅਨਾਊਂਸ ਹੋਇਆ by 24 March by 1st of April we had started online classes for our rural children through the mobile phones ਤੇ ਇਸ ਦੌਰਾਨ ਜਸਪਾਲ ਵਿਜੇ ਦਾ ਫੋਨ ਆ ਗਿਆ ਮੈਨੂੰ ਆਈ ਥਿੰਕ ਜੁਲਾਈ ਦਾ ਮਹੀਨਾ ਹੋਣਾ ਅਗਸਤ ਦਾ ਕਹਿੰਦੇ ਵੀ ਕਿਸ ਤਰ੍ਹਾਂ ਚੱਲ ਰਿਹਾ ਮੈਂ ਕਿਹਾ ਅਸੀਂ ਤਾਂ ਔਨਲਾਈਨ ਬੱਚਿਆਂ ਦੀਆਂ ਕਲਾਸਾਂ ਦੇ ਜਾ ਰਹੇ ਪਿੰਡਾਂ ਵਿੱਚ ਕਹਿੰਦੇ ਬਈ ਤੁਸੀਂ ਤਾਂ ਅਮਰੀਕਾ ਤੋਂ ਅੱਗੇ ਵੱਧ ਗਏ ਹੋ ਸਾਡੇ ਬੱਚੇ ਇੱਥੇ ਘਰ ਬੈਠੇ ਕੋਈ ਕਲਾਸਾਂ ਨਹੀਂ ਲੱਗ ਰਹੀਆਂ ਅਤੇ ਵੀਰ ਜੀ ਦਾ ਬੱਚਾ ਹੈ ਆਈ ਥਿੰਕ ਉਹਦਾ ਨਾਮ ਗੁਰਪ੍ਰੀਤ ਹੈਗਾ ਕਹਿੰਦੇ ਵੀ ਮੈਂ ਕਿਹਾ ਅਸੀਂ ਤਾਂ ਕਲਾਸਾਂ ਲਗਾ ਰਹੇ ਹਾਂ ਕਹਿੰਦੇ ਵੀ ਮੇਰੇ ਬੱਚੇ ਨੂੰ ਨਾਲ ਜੋੜ ਲਓ ਕਲਾਸ ਵਿੱਚ ਸੋ ਦੈਟ ਇਜ਼ ਹਾਊ ਇਟ ਸਟਾਰਟਡ ਉਸ ਦੀ ਅਸੀਂ 2 ਕਲਾਸਾਂ ਲਗਾਈਆਂ ਇੱਕ ਪੰਜਾਬੀ ਦੀ ਅਤੇ ਇੱਕ ਮੈਥੇਮੈਟਿਕਸ ਦੀ ਐਂਡ ਹੀ ਵਾਜ਼ ਵੈਰੀ ਹੈਪੀ ਸੋ ਦੈਨ ਦਿਸ ਥਾਟ ਕੇਮ ਕਿ ਅਸੀਂ ਔਨਲਾਈਨ ਪੰਜਾਬੀ ਕਰਾਈਏ ਆਲ ਓਵਰ ਦ ਵਰਲਡ ਫਿਰ ਅਸੀਂ ਔਨਲਾਈਨ ਪੰਜਾਬੀ ਕਰਾਉਣ ਦਾ ਇਹ ਪ੍ਰੋਗਰਾਮ ਸ਼ੁਰੂ ਕੀਤਾ ਇਟ ਕਾਟ ਔਨ ਬਿਊਟੀਫੁਲੀ ਤਕਰੀਬਨ 16 ਕੰਟਰੀ ਦੇ ਵਿੱਚ ਬੱਚੇ ਸਾਡੇ ਕੋਲ ਆਈ ਥਿੰਕ ਕਿ ਟਾਈਮ ਸੀਗਾ ਜੇ 700-800 ਬੱਚੇ ਐਨਰੋਲ ਹੋ ਗਏ ਸੀ ਜੋ ਕਿ ਆਲ ਓਵਰ ਦ ਵਰਲਡ ਅਸੀਂ ਨੂੰ ਪੰਜਾਬੀ ਕਰਾਉਂਦੇ ਹਾਂ ਹੁਣ ਵੀ ਇਹ ਪ੍ਰੋਗਰਾਮ ਬੜਾ ਐਕਟਿਵ ਹੈ ਸਾਡਾ ਅਤੇ ਪਿੱਛੇ ਮੁਕਤਾ ਭੈਣ ਜੀ ਦੀ ਗੱਲ ਹੋਈ ਸੀ ਡਾਕਟਰ ਨੀਲਮ ਨਾਲ ਹੂ ਇਜ਼ ਲੀਡਿੰਗ ਦਿਸ ਪ੍ਰੋਜੈਕਟ ਕਿ ਬਈ ਅਸੀਂ ਹੁਣ ਇੱਥੇ ਕ੍ਰਿਸਮਸ ਬ੍ਰੇਕ ਆ ਰਹੀ ਹੈ ਬੱਚਿਆਂ ਦੀ 15 ਦਸੰਬਰ ਤੋਂ ਸ਼ਾਇਦ 2 ਜਨਵਰੀ ਤੱਕ ਅਤੇ ਉਸ ਟਾਈਮ ਅਸੀਂ ਇਹ ਬੜਾ ਕ੍ਰੈਸ਼ ਪ੍ਰੋਗਰਾਮ ਕਰਾਵਾਂਗੇ ਕਿ ਬਈ ਜਿਹੜੇ ਬੰਦਿਆਂ ਨੂੰ ਬਿਲਕੁਲ ਪੰਜਾਬੀ ਦਾ ਐਕਸਪੋਜ਼ਰ ਨਹੀਂ ਹੈ ਨਾ ਬੋਲਦੇ ਆ ਨਾ ਪੜ੍ਹਦੇ ਹੈਗੇ ਅਸੀਂ ਕੋਸ਼ਿਸ਼ ਕਰਾਂਗੇ ਕਿ ਇਨ ਦੀਜ਼ 2 ਵੀਕਸ ਟਾਈਮ ਉਹ ਬੱਚੇ ਇੰਗਲਿਸ਼ ਜਾਂ ਵੱਡੇ ਵੀ ਐਨੀਵਨ ਇਜ਼ ਫਰੀ ਟੂ ਜੁਆਇਨ ਪੰਜਾਬੀ ਬੋਲ ਸਕਣ ਔਰ ਕੋਸ਼ਿਸ਼ ਕਰਾਂਗੇ ਕਿ ਪੜ੍ਹ ਵੀ ਲੈਣ ਅਤੇ ਜਿਹੜੇ ਥੋੜ੍ਹੇ ਜਿਹੇ ਪ੍ਰੋਫੀਸ਼ੀਐਂਟ ਹੈ ਉਹਨਾਂ ਨੂੰ ਅਸੀਂ ਪਾਠ ਕਰਨਾ ਵੀ ਸਿਖਾਵਾਂਗੇ ਦਿਸ ਇਜ਼ ਵਾਟ ਵੀ ਪਲਾਨ ਸੋ ਇਹ ਸਾਡਾ ਨਵਾਂ ਇਨੀਸ਼ੀਏਟਿਵ ਹੈ ਇਹ ਸਾਡੀ ਅਸੀਂ ਸੋਚਦੇ ਹਾਂ ਕਿ ਮਹਾਰਾਜ ਜੇ ਸਾਡੇ ਤੋਂ ਇਹ ਸੇਵਾ ਲੈ ਲੈਣ ਤਾਂ ਸਾਡੇ 'ਤੇ ਬੜੀ ਬਖਸ਼ਿਸ਼ ਹੋਏਗੀ ਡਾਕਟਰ ਦਵਿੰਦਰ ਸਿੰਘ ਜੀ ਤੁਹਾਡੀ ਮੈਂ ਇੱਥੇ ਇੱਕ ਬਹੁਤ ਫੇਮਸ ਤੁਹਾਡੀ ਲਾਈਨ ਥੋੜ੍ਹੀ ਜਿਹੀ ਚੋਰੀ ਕਰ ਰਹੀ ਹਾਂ ਬਿਕੋਜ਼ ਇਹ ਬਿਲਕੁਲ ਅਪਰੋਪਰੀਏਟ ਸਟੇਟਮੈਂਟ ਹੈਗੀ ਕਿ ਮਾਈਨੋਰਿਟੀ ਕੈਨ ਨਾਟ ਸਰਵਾਈਵ ਵਿਦਆਊਟ ਕੁਆਲਿਟੀ ਐਂਡ ਜਦੋਂ ਅਸੀਂ ਕੁਆਲਿਟੀ ਦੀ ਗੱਲ ਕਰਦੇ ਹਾਂ ਧਾਰਮਿਕ ਤੌਰ 'ਤੇ ਸਾਡੀ ਸਿੱਖੀ ਐਂਡ ਜਦੋਂ ਅਸੀਂ ਦੁਨਿਆਵੀ ਤੌਰ 'ਤੇ ਵੇਖਦੇ ਹਾਂ ਹਾਈ ਕੁਆਲਿਟੀ ਐਜੂਕੇਸ਼ਨ ਇਨ 2 ਚੀਜ਼ਾਂ ਬਗੈਰ ਸਾਡੀ ਮਾਈਨੋਰਿਟੀ ਸਰਵਾਈਵ ਨਹੀਂ ਕਰ ਸਕਦੀ ਥਰਾਈਵ ਤਾਂ ਬਿਲਕੁਲ ਨਹੀਂ ਕਰੂਗੀ ਸੋ ਜਦੋਂ ਅਸੀਂ ਇਸ ਮਾਈਨੋਰਿਟੀ ਗਰੁੱਪ ਦੀ ਗੱਲ ਕਰਦੇ ਹਾਂ ਖਾਸ ਕਰਕੇ ਸਾਡੀ ਅਗਲੀ ਪੀੜ੍ਹੀਆਂ ਦੀ ਗੱਲ ਕਰਦੇ ਹਾਂ ਪੰਜਾਬ ਦੀ ਗੱਲ ਕਰਦੇ ਹਾਂ ਕਿਸ ਤਰ੍ਹਾਂ ਦੀ ਕੁਆਲਿਟੀ ਦਿੱਤੀ ਜਾ ਰਹੀ ਹੈ ਕਿਸ ਤਰ੍ਹਾਂ ਦੀ ਸੇਵਾਵਾਂ ਚੱਲ ਰਹੀਆਂ ਇਸ ਸੰਸਥਾ ਵੱਲੋਂ ਕੀ ਮਿਸ਼ਨ ਕੈਰੀ ਫਾਰਵਰਡ ਕੀਤਾ ਜਾ ਰਿਹਾ ਹੈ ਅਤੇ ਸਾਡੀ ਟੀਮ ਪਹੁੰਚੀ ਹੋਈ ਹੈ ਸਿਐਟਲ ਵਾਸ਼ਿੰਗਟਨ ਸਟੇਟ ਦੇ ਵਿੱਚ ਜਿੱਥੇ ਇੱਕ ਵਾਰੀ ਫਿਰ ਬੜੂ ਸਾਹਿਬ ਕਲਗੀਧਰ ਟਰੱਸਟ ਦੇ ਸੇਵਾਦਾਰਾਂ ਦੇ ਨਾਲ ਰਲ ਕੇ ਇੱਕ ਮੰਥ ਲੌਂਗ ਟੂਰ ਕੀਤਾ ਜਾ ਰਿਹਾ ਹੈ ਡਾਕਟਰ ਦਵਿੰਦਰ ਸਿੰਘ ਜੀ ਜੋ ਕਿ ਲੀਡਰਸ਼ਿਪ ਵਿੱਚ ਹਨ ਇਸ ਸੰਸਥਾ ਦੇ ਮਿਸ਼ਨ ਨੂੰ ਜੋ ਕਿ ਕਿੰਨੇ ਦਹਾਕਿਆਂ ਤੋਂ ਅੱਗੇ ਵਧਦਾ ਆ ਰਿਹਾ ਹੈ ਪੰਜਾਬ ਦੇ ਵਿੱਚ ਸੁਧਾਰ ਲੈ ਕੇ ਆ ਰਿਹਾ ਹੈ ਉਸ ਮਿਸ਼ਨ ਨੂੰ ਇੱਥੇ ਦੀ ਸੰਗਤਾਂ ਦੇ ਨਾਲ ਪਹੁੰਚਾਉਣ ਲਈ ਯੂਨਾਈਟਿਡ ਸਟੇਟਸ ਵਿੱਚ ਟੂਰ ਕਰ ਰਹੇ ਹਨ ਅਤੇ ਤੁਸੀਂ ਵੀ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ ਇਹ ਟੂਰ ਪੂਰਾ ਮਹੀਨਾ ਨੇਸ਼ਨ ਵਾਈਡ ਜਾਰੀ ਹੋਣਾ ਹੈ ਸਿਐਟਲ ਤੋਂ ਸ਼ੁਰੂ ਕਰਕੇ ਕੈਲੀਫੋਰਨੀਆ ਲਾਸ ਵੇਗਸ ਫੀਨਿਕਸ
ਟੈਕਸਸ, ਉਸ ਤੋਂ ਬਾਅਦ ਈਸਟ ਕੋਸਟ ਦੇ ਵਿੱਚ ਸਾਰੀ ਵੱਡੀ ਸਟੇਟਸ ਨਿਊਯਾਰਕ, ਪੈਨਸਿਲਵੇਨੀਆ, ਕਨੈਟਿਕਟ ਅਤੇ ਉਸ ਤੋਂ ਬਾਅਦ ਓਹਾਇਓ ਅਤੇ ਸ਼ਿਕਾਗੋ ਤੱਕ ਇਹ ਟੂਰ ਚੱਲਣਾ ਹੈ। ਤੁਸੀਂ ਇਸ ਟੂਰ ਬਾਰੇ ਕੋਈ ਵੀ ਜਾਣਕਾਰੀ ਲੈਣੀ ਹੈ ਜਾਂ ਆਪ ਡਾਕਟਰ ਦਵਿੰਦਰ ਸਿੰਘ ਜੀ ਦੇ ਨਾਲ ਅਗਰ ਤੁਸੀਂ ਮਿਲਣਾ ਚਾਹੁੰਦੇ ਹੋ, ਬਹਿ ਕੇ ਗੱਲ ਕਰਨਾ ਚਾਹੁੰਦੇ ਹੋ, ਤੇ ਤੁਸੀਂ ਜ਼ਰੂਰ ਸਕਰੀਨ ਤੇ ਲਿਖੀ ਹੋਈ ਨੰਬਰ ਨੋਟ ਕਰ ਲਓ। ਰਵੀਦੀਪ ਕੌਰ ਮੁਕਤਾ ਜੀ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਐਂਡ ਆਫ ਕੋਰਸ ਜੋ ਸਾਡੇ ਸਾਰਿਆਂ ਦਾ ਮਿਸ਼ਨ ਹੈ, ਜਦੋਂ ਅਸੀਂ ਪੰਜਾਬ ਦੀ ਸਫਲਤਾ ਦੀ ਗੱਲ ਕਰਦੇ ਹਾਂ ਤੇ ਉਹਦੇ ਵਿੱਚ ਤੁਹਾਡੀ ਇੰਡੀਵਿਜੂਅਲ ਕੀ ਕੰਟਰੀਬਿਊਸ਼ਨ ਹੈ, ਕੀ ਸੇਵਾਵਾਂ ਤੁਸੀਂ ਕੰਟਰੀਬਿਊਟ ਕਰ ਸਕਦੇ ਹੋ, ਉਹਦੇ ਲਈ ਵੀ ਤੁਸੀਂ ਜ਼ਰੂਰ ਮੁਕਤਾ ਜੀ ਦੇ ਨਾਲ ਕਨੈਕਟ ਕਰੋ। ਹੁਣ ਸਾਡੇ ਨਾਲ ਜੁੜੇ ਹੋਏ ਹਨ ਸਾਡੇ ਸੀਐਟਲ ਦੇ ਹੋਸਟ ਡਾਕਟਰ ਸਰਬਜੀਤ ਸਿੰਘ ਵਿਰਕ ਜੀ। ਸਭ ਤੋਂ ਪਹਿਲੇ ਡਾਕਟਰ ਵਿਰਕ ਜੀ, ਤੁਸੀਂ ਇਹ ਪ੍ਰੋਗਰਾਮ ਇੰਨਾ ਸੋਹਣਾ ਇੱਥੇ ਆਰਗੇਨਾਈਜ਼ ਕੀਤਾ, ਸਾਰੀ ਸੰਗਤਾਂ ਨੂੰ ਸੱਦਿਆ, ਤੁਸੀਂ ਆਪ ਦਿਲੋਂ ਜੁੜੇ ਹੋਏ ਹੋ ਇਸ ਸੰਸਥਾ ਦੇ ਨਾਲ। ਡਾਕਟਰ ਵਿਰਕ ਜੀ, ਅੱਜ ਇਸ ਟੂਰ ਦੀ ਸ਼ੁਰੂਆਤ ਦੇ ਵਿੱਚ ਤੁਸੀਂ ਕੀ ਸਾਡੇ ਦਰਸ਼ਕਾਂ ਨੂੰ ਕਹਿਣਾ ਚਾਹੋਗੇ ਡਾਕਟਰ ਦਵਿੰਦਰ ਸਿੰਘ ਜੀ ਬਾਰੇ ਅਤੇ ਬੜੂ ਸਾਹਿਬ ਕਲਗੀਧਰ ਟਰੱਸਟ ਸੰਸਥਾ ਬਾਰੇ? ਬਹੁਤ ਬਹੁਤ ਸ਼ੁਕਰੀਆ ਜੀ ਸੁਨੀਤਾ ਜੀ। ਸਭ ਤੋਂ ਪਹਿਲਾਂ ਜਸ ਪੰਜਾਬੀ ਦੇ ਸਰੋਤਿਆਂ ਨੂੰ ਬਹੁਤ ਪਿਆਰ ਤੇ ਸਤਿਕਾਰ ਸਹਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੇ ਆਰਗੇਨਾਈਜੇਸ਼ਨ ਜਿਹੜੀ ਗੱਲ ਹੈ ਜੀ, ਉਹ ਸਿਆਟਲ ਦੀਆਂ ਸੰਗਤਾਂ ਇੰਨੀਆਂ ਕੁਆਲਿਟੇਟਿਵ ਸੰਗਤਾਂ ਨਹੀਂ ਜੀ। ਆਪ ਜੀ ਸੁਣੋਗੇ, ਮੇਰੇ ਜਿਹੜੇ ਨਾਲ ਬੈਠੇ ਸਰਦਾਰ ਹਰਸ਼ਵਿੰਦਰ ਸਿੰਘ ਜੀ, ਬੜੀ ਇਹਨਾਂ ਨੂੰ ਜਦੋਂ ਇਹਨਾਂ ਨੂੰ ਦੱਸਿਆ ਕਿ ਪੰਥ ਦੀ ਗੱਲ ਹੈ ਤਾਂ ਇਹਨਾਂ ਨੇ ਫਟ ਕਹਿੰਦੇ ਮੈਂ ਜ਼ਰੂਰ ਆਵਾਂਗਾ। ਜਿਹੜੇ ਬਾਕੀ ਵੀ ਸੰਗਤਾਂ ਦੇ ਆਪ ਦਰਸ਼ਨ ਕਰੋਗੇ, ਬਹੁਤ 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 ਸੋਹਣੀਆਂ ਸੋਹਣੀਆਂ ਚੰਗੀਆਂ ਸੰਗਤਾਂ। ਇਸੇ ਕਰਕੇ ਡਾਕਟਰ ਦਵਿੰਦਰ ਸਿੰਘ ਜੀ ਜਿਸ ਤਰ੍ਹਾਂ ਇਹਨਾਂ ਨੇ ਦੱਸਿਆ, ਇਹ ਆਪਾਂ ਜੇ ਸੋਚੀਏ, ਜਿਹੜੇ ਲੜੀ ਜੋੜੀਏ ਤਾਂ ਸੰਤ ਅਦਰ ਸਿੰਘ ਜੀ ਮਹਾਰਾਜ ਜਦੋਂ ਇੱਕ ਵਾਰ ਅੰਗਰੇਜ਼ ਹੁੰਦੇ ਸੀ ਤਾਂ ਉਹਨਾਂ ਨੇ ਇੱਕ ਕੋਈ ਜਿਵੇਂ ਨਗਰ ਕੀਰਤਨ ਕਹਿ ਲਓ, ਕੀਰਤਨ ਤਾਂ ਨਹੀਂ, ਉਹਨਾਂ ਨੇ ਆਪਣਾ ਸ਼ੋਅ ਕੀਤਾ ਸੀ ਦਿੱਲੀ ਦੇ ਵਿੱਚ, ਤੇ ਸੰਤ ਅਦਰ ਸਿੰਘ ਜੀ ਮਹਾਰਾਜ ਗਏ ਸੀ। ਉਹਨਾਂ ਨੇ ਸ਼ਬਦ ਪੜ੍ਹਿਆ ਸੀ, ਇਹ ਭੂਪਤ 4 ਦਿਵਸ ਕੇ ਰਾਜੇ, ਤੇ ਮੈਂ ਤਾਂ ਸ਼ਾਇਦ ਤੋਂ ਗਨਾਤ ਸਹੀ ਬਲੀ ਹੋਈ ਹੋਵੇ, ਪਰ ਉਹਦਾ ਮਤਲਬ ਸੀ ਅੰਗਰੇਜ਼ਾਂ ਨੇ ਪੁੱਛਿਆ ਕਿ ਇਹ ਕੌਣ ਸੰਤ ਨੇ? ਉਹਨਾਂ ਨੇ ਦੱਸਿਆ ਕਿ ਸੰਤ ਅਦਰ ਸਿੰਘ ਜੀ ਮਹਾਰਾਜ ਨੇ। ਉਹਨਾਂ ਨੇ ਕਿਹਾ ਜੀ ਇਹੋ ਜਿਹੇ ਸੰਤ ਸਾਡੇ ਕੋਲ ਹੋਣ ਤਾਂ ਅਸੀਂ ਸਾਰੀ ਦੁਨੀਆ ਨੂੰ ਕ੍ਰਿਸਚਨ ਬਣਾ ਦਈਏ। ਤੇ ਸੰਤ ਅਦਰ ਸਿੰਘ ਜੀ ਬਾਰੇ ਕਿਹਾ ਜਾਂਦਾ ਹੈ ਕਿ 10ਵੇਂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਕਿਹਾ ਸੀ, ਰਾਮ ਸਿੰਘ ਸੂਰਾ, ਸੰਤ ਸਿੰਘ ਅਦਰ ਸਿੰਘ ਸੰਤਪੂਰਾ। ਤੇ ਸੰਤ ਅਦਰ ਸਿੰਘ ਮਹਾਰਾਜ ਸਾਹਿਬ ਜੀ ਦੀ ਇੰਨੀ ਉੱਚੀ ਸੋਚ ਸੀ, ਇੰਨੀ ਸ਼੍ਰੋਮਣੀ ਸੰਤ ਸੀ। ਉਹਨਾਂ ਤੋਂ ਬਾਅਦ ਉਹਨਾਂ ਦੀ ਤਨ ਮਨ ਧਨ ਨਾਲ ਸੇਵਾ ਕਰਨ ਵਾਲੇ ਸੰਤ ਤੇਜਾ ਸਿੰਘ ਜੀ ਮਹਾਰਾਜ, ਉਹਨਾਂ ਦੇ ਦਰਸ਼ਨ ਤਾਂ ਅਸੀਂ ਨਹੀਂ ਕੀਤੇ, ਪਰ ਉਹਨਾਂ ਨੂੰ ਸਮਰਪਿਤ ਬਾਬਾ ਇਕਬਾਲ ਸਿੰਘ ਜੀ, ਡਾਕਟਰ ਖੇਮ ਸਿੰਘ ਜੀ ਗਿੱਲ, ਡਾਕਟਰ ਗੁਰਬਖਸ਼ ਸਿੰਘ ਜੀ, ਉਹਨਾਂ ਦੇ ਬ੍ਰਦਰ ਸਾਹਿਬ ਗਿਆਨ ਸਿੰਘ ਜੀ, ਤੇ ਇੱਕ ਹੋਰ ਸਿੰਘ, ਮੈਨੂੰ ਉਹਨਾਂ ਦਾ ਨਾਂ ਨਹੀਂ ਯਾਦ, ਤੇ ਉਹਨਾਂ ਨੇ ਆਪਣੇ ਆਪ ਸਮਰਪਿਤ ਕੀਤਾ ਸੀ। ਉਹਨਾਂ ਨੇ ਸੰਤ ਤੇਜਾ ਸਿੰਘ ਨੇ ਕਿਹਾ ਸੀ, ਜੇ 5 ਸਿੰਘ ਸਾਡੇ ਨਾਲ ਆਪਣੇ ਕੌਮ ਨੂੰ ਸਮਰਪਿਤ ਹੋ ਜਾਣ ਤਾਂ ਕੌਮ ਦਾ ਬਹੁਤ ਸੁਧਾਰ ਹੋਏਗਾ। ਤੇ ਬਾਬਾ ਜੀ ਦੇ ਦਰਸ਼ਨ ਅਸੀਂ ਰੱਜ ਕੇ ਕੀਤੇ। ਬਾਬਾ ਜੀ ਤੇ ਡਾਕਟਰ ਸਾਹਿਬ ਤੇ ਬੱਚਿਆਂ ਦੇ ਨਾਲ ਜਦੋਂ 1977 ਦੇ ਵਿੱਚ ਆਏ ਸੀ, 1999 ਦੇ ਵਿੱਚ ਆਪਣੇ ਕੋਲ ਆਏ ਸੀ, ਮੈਨੂੰ ਬੋਲਣ ਦਾ ਮੌਕਾ ਮਿਲਿਆ ਸੀ ਸਟੇਜ ਤੋਂ ਰੈਂਟਰ ਗੁਰਦਾ ਸਾਹਿਬ। ਮੈਨੂੰ ਐਕਚੁਅਲੀ ਇਹ ਫੀਲ ਹੋਇਆ ਸੀ ਕਿ ਬਹੁਤ 2 ਮਹਾਨ ਹਸਤੀਆਂ ਆਪਣੇ ਵਿੱਚ ਆਈਆਂ। ਮੈਂ ਸੰਗਤਾਂ ਨੂੰ ਬੇਨਤੀ ਕੀਤੀ ਸੀ ਕਿ ਇਹਨਾਂ ਦੇ ਦਰਸ਼ਨ ਕਰ ਲਓ, ਇਹਨਾਂ ਨਾਲ ਬਚਨ ਵਿਲਾਸ ਕਰ ਲਓ। ਉਹਨਾਂ ਤੋਂ ਅੱਗੇ ਬਾਬਾ ਜੀ ਦੇ ਨਾਲ ਰਹਿ ਕੇ 35 ਸਾਲ ਡਾਕਟਰ ਦਵਿੰਦਰ ਸਿੰਘ ਜੀ ਨੇ ਵਾਲੰਟੀਅਰ ਟੋਟਲੀ ਕੋਈ ਆਪਣਾ ਆਪ, ਇਹਨਾਂ ਦੇ ਮਿਸਿਸ ਡਾਕਟਰ ਨੀਲਮ ਕੌਰ ਭੈਣ ਜੀ, ਇਹਨਾਂ ਦੇ ਸਹੁਰਾ ਸਾਹਿਬ ਡਾਕਟਰ ਕਰਨਲ ਰਜਿੰਦਰ ਸਿੰਘ ਜੀ, ਉਹ ਵੀ ਵਾਲੰਟਰੀ ਸੇਵਾ ਕਰਦੇ ਨੇ, ਸਾਰਾ ਪਰਿਵਾਰ ਸੇਵਾ ਕਰਦਾ ਜੀ, ਤੇ ਇਹਨਾਂ ਦੇ ਬ੍ਰਦਰ ਵੀ ਜਿਹੜੇ ਡਾਕਟਰ ਵੀ ਹੁਣ ਸੇਵਾ 'ਚ ਜੁੜੇ ਹੋਏ ਨੇ। ਤੇ ਹੁਣ ਜਦੋਂ ਆਪਣੇ ਕੋਲ ਜਿਹੜੀ ਮਹਾਨ ਸ਼ਖਸੀਅਤ ਹੁੰਦੀ, ਆਪਾਂ ਨੂੰ ਉਹਨਾਂ ਪਤਾ ਨਹੀਂ ਲੱਗਦੀ ਇੰਪੋਰਟੈਂਸ। ਜਦੋਂ ਬਾਬਾ ਜੀ ਆਪਣੇ 'ਚ ਨਹੀਂ ਰਹੇ ਤਾਂ ਹੁਣ ਲੱਗਦਾ ਕਿ ਅਸੀਂ ਵੀ ਦਰਸ਼ਨ ਹੋਰ ਕਰ ਲੈਂਦੇ। ਇਸ ਕਰਕੇ ਮੈਂ ਬੜੀ ਮਾਣ ਵਾਲੀ ਗੱਲ ਇਹ ਹੈ ਕਿ ਜਦੋਂ ਡਾਕਟਰ ਸਾਹਿਬ ਜੀ ਇੱਥੇ ਆਏ ਨੇ, ਜਿਹਨੇ ਇਹਨਾਂ ਨੇ ਸੋਹਣੇ ਵਿਚਾਰ ਦੱਸੇ, ਬੜੂ ਸਾਹਿਬ ਬਾਰੇ ਦੱਸਿਆ। ਬੜੂ ਸਾਹਿਬ ਬਾਰੇ ਤਾਂ ਜਿੰਨਾ ਕਹੀਏ ਉਨਾ ਹੀ ਥੋੜ੍ਹਾ ਹੈ ਜੀ। ਤੇ ਜਿਵੇਂ ਹੁਣ ਡਾਕਟਰ ਸਾਹਿਬ ਨੇ ਦੱਸਿਆ, ਤੇ ਜਿਨ੍ਹਾਂ ਨੇ ਇਹਨਾਂ ਟ੍ਰਿਪ ਕੀਤਾ ਸ਼ੁਰੂ ਮਹੀਨੇ ਦਾ ਅਮਰੀਕਾ ਦੇ ਵਿੱਚ, ਸੰਗਤ ਦੀ ਡੈਡੀਕੇਸ਼ਨ ਦੇਖ ਕੇ, ਸੰਗਤ ਦੀ ਕੁਆਲਿਟੀ ਦੇਖ ਕੇ ਇਹ ਸ਼ੁਰੂ ਟ੍ਰਿਪ ਇੱਥੋਂ ਸੈਟਲ ਤੋਂ ਹੀ ਕਰਦੇ। ਆਪਣੇ ਕੋਲ ਬੜੀ ਮਾਣ ਵਾਲੀ ਗੱਲ ਹੈ। ਜਿਹੜੀ ਮੈਂ ਕਹਿਣਾ ਚਾਹੁੰਦਾ ਗੱਲ ਉਹ ਇਹ ਹੈ ਜੀ, ਇੱਕ ਪ੍ਰੋਗਰਾਮ ਸਰਦਾਰ ਇੰਦਰਜੀਤ ਸਿੰਘ ਜੀ ਨੇ ਆਪਣੇ ਕੈਪਟਨ ਅਮਰਿੰਦਰ ਸਿੰਘ ਦੇ ਸਕੇ ਮਾਮਾ ਜੀ ਨੇ, ਉਹਨਾਂ ਨੇ ਪ੍ਰੋਗਰਾਮ ਸ਼ੁਰੂ ਕੀਤਾ ਜਦੋਂ ਖੁਦਕਸ਼ੀਆਂ ਹੋ ਰਹੀਆਂ ਸੀ ਕਿਸਾਨਾਂ ਦੀਆਂ, ਤਾਂ ਉਹਨਾਂ ਨੇ ਪਿੰਡਾਂ 'ਚ ਪ੍ਰੋਗਰਾਮ ਸ਼ੁਰੂ ਕੀਤਾ। ਜਿਹੜੇ ਮੇਰੇ 100 ਪਿੰਡ ਉਹਨਾਂ ਨੇ ਅਡਾਪਟ ਕੀਤੇ, ਜਿਹੜੇ ਬੱਚੇ ਕਿਸਾਨ ਖੁਦਕਸ਼ੀ ਕਰ ਲੈਂਦੇ, ਉਹਦੇ ਬੱਚਿਆਂ ਨੂੰ ਪੜ੍ਹਾਉਂਦੇ ਸੀ। ਅਸੀਂ ਉਹਨਾਂ ਦੇ ਨਾਲ ਜਾ ਕੇ ਉਹਨਾਂ ਦੇ ਪ੍ਰੋਗਰਾਮ ਦੇ ਵਿੱਚ, ਉਹਨਾਂ ਦੀ ਵੈਨ ਦੇ ਵਿੱਚ ਜਾ ਕੇ ਪਿੰਡ ਦੇਖਿਆ ਤਾਂ ਸੱਚੀ ਦੇਖਿਆ ਨਹੀਂ ਜਾਂਦਾ ਉਹਨਾਂ ਨੂੰ। ਇੱਕ ਬੱਚੀ, ਉਹਦੇ ਕੋਲ 6 ਸਾਲ ਦੀ ਤੇ 8 ਸਾਲ ਦੀ ਬੱਚੀਆਂ 2 ਸੀ, ਉਹਦੀ ਸੱਸ ਤੇ ਉਹਦੇ ਘਰ ਵਾਲੀ ਨੇ ਸੁਸਾਈਡ ਕਰ ਲਿਆ ਸੀ। ਤੇ ਉਹ ਵਿਚਾਰੇ ਕਹਿੰਦੇ ਸੀ ਸਾਨੂੰ ਬੜੂ ਸਾਹਿਬ ਨਾ ਪੀਐਨ ਦੀ ਜੋਬ ਰਖਾ ਦਿਓ, ਕਰ ਦਿਓ। ਤੇ ਉਹ ਸੱਚੀ
ਰੋਣ ਆਉਂਦਾ, ਇੰਨੀ ਬੁਰੀ ਹਾਲਤ ਹੈ। ਤੇ ਹੁਣ ਮੈਂ ਤਾਂ ਆਪ ਜੀ ਨੂੰ ਅਵੇਅਰ ਕਰਨਾ ਚਾਹੁੰਦਾ ਹੈ ਕਿ ਜਿਵੇਂ ਕਹਿੰਦੇ ਢੰਡੋਰਾ ਪਿੱਟਣ ਵਾਲੀ ਗੱਲ ਹੈ ਕਿ ਉੱਤੇ ਬਹੁਤ ਬੁਰੀ ਹਾਲਤ ਹੈ। ਤੇ ਆਪਣੇ ਕੋਲ ਇੱਥੇ ਕੋਈ ਕਮੀ ਨਹੀਂ, ਮਾਇਆ ਦੀ ਵੀ, ਰਿਸੋਰਸਿਸ ਦੀ ਵੀ, ਨੌਲੇਜ ਦੀ ਵੀ। ਆਪਾਂ ਹਰ ਚੀਜ਼ ਕਰ ਸਕਦੇ। ਥੋੜ੍ਹਾ ਜਿਹਾ ਸੰਕੋਚ ਕਰੀਏ ਵਿਦਆਊਟ ਆਪਣੀ ਲਾਈਫ ਸਟਾਈਲ ਅਫੈਕਟ ਕਰਨ ਦੇ ਵੀ ਆਪਾਂ ਉਹਨਾਂ ਦੀ ਬਹੁਤ ਜ਼ਿਆਦਾ ਹੈਲਪ ਕਰ ਸਕਦੇ। ਇਸ ਕਰਕੇ ਆਪਣਾ ਇਖਲਾਕੀ ਫਰਜ਼ ਬਣਦਾ ਹੈ। ਜਿਹੜਾ ਦੇਖੋ ਜਦੋਂ ਆਪਾਂ 10ਵੇਂ ਪਾਤਸ਼ਾਹ ਮਹਾਰਾਜ ਨੇ ਇੰਨੀਆਂ ਕੁਰਬਾਨੀਆਂ ਕੀਤੀਆਂ, ਸਿੰਘ ਪੂਰੇ ਡੈਡੀਕੇਟਡ ਸੀ, ਨਾਮ ਬਾਣੀ ਨਾਲ ਜੁੜੇ ਹੋਏ ਸੀ। ਨਾਮ ਬਾਣੀ ਬਾਰੇ ਮੈਂ ਤਾਂ ਆਪ ਜੀ ਨੂੰ ਕਹਿੰਦਾ ਕਿ ਆਪਣੇ ਨਾਲ ਜਿਹੜੇ ਸਿੰਘ ਬੈਠੇ ਸਾਹਿਬ ਸਿੰਘ ਜੀ ਆਪ ਜੀ ਨੂੰ ਦੱਸਣਗੇ, ਬੜੇ ਮਾਣ ਵਾਲੀ ਗੱਲ ਹੈ ਕਿ ਜਿੰਨਾ ਇਹਨਾਂ 'ਚ ਪਿਓਰਟੀ ਹੈ, ਜਿੰਨੇ ਬਾਣੀ ਨਾਲ ਜੁੜੇ ਹੋਏ ਨੇ, ਆਪਾਂ ਨੂੰ ਇਹਨਾਂ ਬਾਰੇ ਵੀ ਅਵੇਅਰਨੈਸ ਹੋਣੀ ਚਾਹੀਦੀ ਹੈ ਕਿ ਆਪਾਂ ਇਹਨਾਂ ਤੋਂ ਲਾਹਾ ਲਈਏ, ਇਹਨਾਂ ਦੇ ਨਾਲ ਜੁੜੀਏ ਤੇ ਇਹ ਆਪਣੇ ਨਾਲ ਜੁੜਨ। ਤੇ ਆਪਾਂ ਪੰਥਕ ਸੰਸਥਾਵਾਂ ਜਿਹੜੀਆਂ ਨੇ ਇਕੱਠੀਆਂ ਹੋ ਕੇ ਕੰਮ ਕਰੀਏ। ਆਪਣਾ ਹੁਣ ਜਿਹੜਾ ਟਾਈਮ ਹੈ ਇਕੱਲੇ ਕੰਮ ਕਰਨ ਦਾ ਨਹੀਂ, ਜਿੰਨੀ ਬੜੂ ਸਾਹਿਬ ਦਾ ਇਨਫਰਾਸਟਰਕਚਰ ਵੈਲ ਐਸਟੈਬਲਿਸ਼ਡ ਹੈ ਉਹਦਾ ਆਪਾਂ ਫਾਇਦਾ ਲਈਏ। ਇੱਕ ਵਾਰ ਜਦੋਂ ਕਿਸਾਨ ਸੁਸਾਈਡ ਕਰਦੇ ਸੀ ਤਾਂ ਸਿਆਟਲ ਦੇ ਵਿੱਚ ਸੰਗਤ ਨੇ ਡਿਸਾਈਡ ਕੀਤਾ ਕਿ ਆਪਾਂ ਕਿਸਾਨਾਂ ਦੀ ਜਿਹੜੀ ਹੈਲਪ ਕਰੀਏ, ਕਿਸਾਨਾਂ ਨੂੰ ਕਿਵੇਂ ਹੈਲਪ ਕਰੀਏ। ਕਾਫੀ ਡਿਸਕਸ਼ਨ ਹੁੰਦੀ ਰਹੀ ਸਾਲ ਤੱਕ। ਤਾਂ ਇਹ ਫੈਸਲਾ ਹੋਇਆ ਕਿ ਆਪਾਂ ਨੂੰ ਐਜੂਕੇਟ ਕਰੀ ਜਾਂਦੇ, ਬੱਚੇ ਪੜ੍ਹਾਈ, ਉਹ ਤਾਂ ਵਿਚਾਰੇ ਚਲੇ ਗਏ। ਪਰ ਉਹ ਕਿਹੜੇ ਪੜ੍ਹਾਈਏ, ਕਿਵੇਂ ਆਪਾਂ ਪੜ੍ਹਾਈਏ, ਕਿਹੜਾ ਸਿਸਟਮ ਆਪਾਂ ਐਸਟੈਬਲਿਸ਼ ਕਰੀਏ, ਕਿਹੜੇ ਸਕੂਲ 'ਚ ਪਾਈਏ। ਫਿਰ ਬੜੂ ਸਾਹਿਬ ਦਾ ਨਾਂ ਆਇਆ। ਫਿਰ ਬਾਬਾ ਜੀ ਉਦੋਂ ਹੁੰਦੇ ਸੀ, ਬਾਬਾ ਜੀ ਨੇ ਕਿਹਾ ਬਸ ਬਹੁਤ ਸੋਹਣੀ ਗੱਲ ਹੈ। ਤਾਂ ਕਹਿੰਦੇ ਤੁਸੀਂ ਜਿਹੜਾ ਬੱਚਾ ਸਪੋਂਸਰ ਕਰੋਗੇ ਅੱਧਾ ਹੀ ਫੀਸ ਅਸੀਂ ਦਿਆਂਗੇ, ਅੱਧੀ ਫੀਸ ਤੁਸੀਂ ਦਿਓ, ਅਸੀਂ ਅੱਧਾ ਹਿੱਸਾ ਅਸੀਂ ਪਾਵਾਂਗੇ। ਮੇਰਾ ਮਤਲਬ ਜੇ ਆਪਣੇ ਕੋਲ ਕੋਈ ਆਰਗੇਨਾਈਜੇਸ਼ਨ ਹੋਵੇ ਤਾਂ ਕੋਈ ਵੀ ਆਪਾਂ ਪ੍ਰੋਗਰਾਮ ਇੰਪਲੀਮੈਂਟ ਕਰਨਾ ਤਾਂ ਈਜ਼ੀਲੀ ਕਰ ਸਕਦੇ। ਤੇ ਬੜੂ ਸਾਹਿਬ ਐਸੀ ਸੰਸਥਾ ਜਿਹਦੇ ਵਿੱਚ ਆਪਾਂ ਕਰ ਸਕਦੇ ਹਾਂ। ਤੇ ਉਹਦੇ ਨਾਲ ਸੋਨੇ ਤੇ ਸੁਹਾਗਾ ਇਹ ਕਿ ਜਿਹੜੇ ਆਪਣੇ ਅਖੰਡ ਕੀਰਤਨੀ ਜਥੇ ਦੀ ਸੰਗਤ ਇੱਥੇ ਸਿਆਟਲ ਦੇ ਵਿੱਚ ਹੈ, ਮੈਂ ਉਹਨਾਂ ਨੂੰ ਜਾਣਦਾ ਜੀ। ਤੇ ਉਹਨਾਂ ਨੇ ਬਹੁਤ ਬੱਚੇ ਸੋਹਣੀ ਤਰ੍ਹਾਂ ਉਹਨਾਂ ਨੇ ਬਾਣੀ ਨਾਲ ਲਾਏ ਹੋ ਤੇ ਆਪ ਬਹੁਤ ਮਿਹਨਤ ਕਰਦੇ ਨੇ। ਇਹਦੇ ਬਾਰੇ ਮੈਂ ਜ਼ਿਆਦਾ ਡਿਟੇਲ 'ਚ ਨਹੀਂ ਜਾਵਾਂਗਾ। ਮੈਂ ਹਰਜਿੰਦਰ ਸਿੰਘ ਹੋਰਾਂ ਨੂੰ ਬੇਨਤੀ ਕਰਾਂਗੇ ਉਹ ਇਹਦੇ ਬਾਰੇ ਦੱਸਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਰਸ਼ਵਿੰਦਰ ਸਿੰਘ ਜੀ, ਸਭ ਤੋਂ ਪਹਿਲੇ ਤਾਂ ਤੁਹਾਨੂੰ ਇੱਕ ਵਾਰੀ ਫਿਰ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੇ ਹਾਂ। ਅਸੀਂ ਤੁਹਾਡੇ ਧੰਨਵਾਦੀ ਹਾਂ ਕਿ ਤੁਸੀਂ ਅਤੇ ਹੋਰ ਇੱਥੇ ਸਿਐਟਲ ਦੀ ਸੰਗਤਾਂ ਨੇ ਸਾਨੂੰ ਇੱਥੇ ਇੰਨੇ ਪਿਆਰ ਦੇ ਨਾਲ ਵੈਲਕਮ ਕੀਤਾ। ਹਰਸ਼ਵਿੰਦਰ ਸਿੰਘ ਜੀ, ਤੁਹਾਡੀ ਆਪ ਦੀ ਬੈਕਗਰਾਊਂਡ ਇੱਕ ਟੈਕਨੀਕਲ ਬੈਕਗਰਾਊਂਡ ਹੈ। ਯੂ ਆਰ ਮੈਨ ਆਫ ਸਾਇੰਸ, ਮਾਈਕਰੋਸਾਫਟ, ਇੰਡੀਆ ਵਿੱਚ ਟਾਟਾ ਕੰਪਨੀਜ਼। ਤੁਸੀਂ ਹਜੇ ਵੀ ਇਸ ਟੈਕਨੀਕਲ ਬੈਕਗਰਾਊਂਡ ਨੂੰ ਐਕਸਪੈਂਡ ਕਰ ਰਹੇ ਹੋ, ਤਰੱਕੀ ਪਾ ਰਹੇ ਹੋ। ਬਟ ਇਹਦੀ ਸ਼ੁਰੂਆਤ ਕਿਤੇ ਨਾ ਕਿਤੇ ਇੱਕ ਐਜੂਕੇਸ਼ਨ ਦੀ ਸੋਲਿਡ ਫਾਊਂਡੇਸ਼ਨ ਕਰਕੇ ਬਣੀ ਹੈ। ਅੱਜ ਦੀ ਡੇਟ ਦੇ ਵਿੱਚ ਜਦੋਂ ਅਸੀਂ ਵੇਖਦੇ ਹਾਂ ਕਿ ਐਜੂਕੇਸ਼ਨ ਸਿਰਫ ਤਾਂ ਸਿਰਫ ਦੁਨਿਆਵੀ ਵਿੱਦਿਆ, ਕਿੰਨੇ ਵੱਡੇ ਸਕੂਲ ਹੈਗੇ, ਆਕਸਫੋਰਡ, ਹਾਰਵਰਡ, MIT, ਸਟੈਨਫੋਰਡ, ਉਨ ਸਕੂਲਸ ਵਿੱਚੋਂ ਵੀ ਬੱਚੇ ਅੱਗੇ ਆਉਂਦੇ, ਬਟ ਫਿਰ ਵੀ ਦੁਨੀਆ ਦੇ ਵਿੱਚ ਇੰਨਾ ਦੁੱਖ, ਇੰਨੀ ਤਬਾਹੀ, ਇੰਨੀ ਡਿਸਟਰਕਸ਼ਨ। ਇੱਕ ਵਾਰੀ ਫਿਰ ਅਸੀਂ ਇੱਕ 3rd ਵਰਲਡ ਵਾਰ ਦੇ ਪ੍ਰੈਸਿਪਿਸ ਤੇ ਖੜੇ ਹਾਂ। ਸੋ ਕਲੀਅਰਲੀ ਸਿਰਫ ਤਾਂ ਸਿਰਫ ਇਹ ਐਜੂਕੇਸ਼ਨ ਇਨਫ ਨਹੀਂ ਹੈ। ਕੀ ਤੁਹਾਨੂੰ ਲੱਗਦਾ ਹੈ ਤੁਹਾਡੇ ਤਜਰਬੇ ਦੇ ਵਿੱਚ, ਤੁਸੀਂ ਵੀ ਯੂਰ ਫੈਮਿਲੀ ਮੈਨ, ਤੁਹਾਡੇ ਵੀ ਬੱਚੇ ਕੀਰਤਨ, ਨਾਮ ਬਾਣੀ ਦੇ ਨਾਲ ਜੁੜੇ ਹੋਏ ਹਨ, ਤੁਹਾਡੇ ਪਾਥ ਦੇ ਵਿੱਚ ਕੀ ਫਰਕ ਸੀਗਾ ਕਿ ਅੱਜ ਤੁਸੀਂ ਇਸ ਮੁਕਾਮ ਤੇ ਪਹੁੰਚੇ ਹੋ ਤੇ ਤੁਹਾਡੇ ਬੱਚੇ ਵੀ ਸਿੱਖੀ ਨਾਲ ਜੁੜੇ ਹੋਏ ਹਨ? ਐਂਡ ਕਿਸ ਤਰ੍ਹਾਂ ਜੋ ਬੜੂ ਸਾਹਿਬ ਕਲਗੀਧਰ ਟਰੱਸਟ ਦੀ ਸੇਵਾਵਾਂ ਹਨ ਉਸੇ ਕੰਮ ਨੂੰ ਅੱਗੇ ਵਧਾ ਰਹੀਆਂ? ਸਭ ਤੋਂ ਪਹਿਲਾਂ ਤਾਂ ਜਸ ਪੰਜਾਬੀ ਦੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਆਪ ਜੀ ਦੀ ਗੱਲ ਸਹੀ ਹੈ। ਮੇਰੀ ਐਜੂਕੇਸ਼ਨ ਪੰਜਾਬ 'ਚੋਂ ਹੋਈ ਹੈ, ਪਰ ਮੇਰੇ ਮਾਤਾ ਪਿਤਾ ਨੇ ਸ਼ੁਰੂ ਤੋਂ ਹੀ, ਸਾਨੂੰ ਤੋਂ ਛੋਟੇ ਹੁੰਦੇ ਸੀਗੇ ਉਸੇ ਸਮੇਂ ਤੋਂ ਦੁਨਿਆਵੀ ਸਿੱਖਿਆ ਦੇ ਨਾਲ ਸਾਨੂੰ ਧਾਰਮਿਕ ਸਿੱਖਿਆ ਦੇ ਨਾਲ ਜੋੜਿਆ। 1984 ਤੋਂ ਬਾਅਦ, ਮੇਰਾ ਬਰਥ 1979 ਦਾ ਹੈ, ਤੇ ਉਸ ਤੋਂ 5 ਸਾਲ ਬਾਅਦ 1984 ਦੇ ਵਿੱਚ ਜਿੰਨੀ ਡਿਸਟਰਕਸ਼ਨ ਹੋਈ, ਉਸ ਤੋਂ ਬਾਅਦ ਜਿਹੜੀ ਜਨਰੇਸ਼ਨ ਸੀ, ਸਾਡੇ ਪੇਰੈਂਟਸ ਦੀ ਜਨਰੇਸ਼ਨ ਸੀ, ਉਹਨਾਂ ਨੇ ਬੜੀ ਹਿੰਮਤ ਕਰਕੇ, ਮਿਹਨਤ ਕਰਕੇ ਬੱਚਿਆਂ ਨੂੰ ਸਿੱਖੀ ਦੇ ਨਾਲ ਜੋੜਨ ਦੀ ਬੜੀ ਕੋਸ਼ਿਸ਼ ਕੀਤੀ। ਤੇ ਸਾਡੇ ਪੇਰੈਂਟਸ ਨੇ ਸਾਨੂੰ ਜਿੰਨੇ ਵੀ ਉਸ ਸਮੇਂ ਸਿੱਖ ਮਿਸ਼ਨਰੀ ਕਾਲਜ ਜਾਂ ਜਿੰਨੇ ਸ਼੍ਰੋਮਣੀ ਕਮੇਟੀ ਨੇ ਜਿਸ ਸਮੇਂ ਸ਼ੁਰੂ ਕੀਤੇ ਸੀਗੇ, ਉਹਨਾਂ ਸਾਰਿਆਂ ਦੇ ਵਿੱਚ ਸਾਨੂੰ ਲਗਾ ਕੇ ਦੁਨਿਆਵੀ ਸਿੱਖਿਆ ਦੇ ਨਾਲ ਸਾਨੂੰ ਗੁਰਬਾਣੀ, ਇਤਿਹਾਸ ਸਾਨੂੰ ਨਾਲ ਜੋੜ ਕੇ ਰੱਖਿਆ। ਉਹ ਜਿਹੜਾ ਇੱਕ ਬੂਟਾ ਹੈ, ਉਹ ਬੂਟਾ ਅੱਗੇ ਜਾ ਕੇ ਆਪੇ ਫੁੱਟਦਾ ਹੈ। ਚਾਹੇ ਅਸੀਂ ਕਹੀਏ ਕਿ ਅਸੀਂ ਵੀ 12ਵੀਂ 'ਚ ਜਾ ਕੇ ਰਾਹ ਤੋਂ ਭਟਕ ਗਏ, ਪਰ ਫਿਰ ਵੀ ਜਿਹੜਾ ਉਹ ਬੀਜ ਜਿਹੜਾ ਬੀਜਿਆ ਸੀਗਾ ਅੱਗੇ ਜਾ ਕੇ ਆਪੇ ਫੁੱਲਦਾ। ਤੇ ਇਹੀ ਜਿਹੜੀ ਡਾਕਟਰ ਸਾਹਿਬ ਜੋ ਗੱਲ ਕਰ ਰਹੇ ਨੇ ਕਿ ਬੱਚਿਆਂ ਨੂੰ ਆਪਾਂ ਜੇ ਸ਼ੁਰੂ ਤੋਂ ਉਸ ਪਾਸੇ ਜੋੜ ਕੇ ਰੱਖੀਏ, ਤੇ ਇਸ ਤਰ੍ਹਾਂ ਵੀ ਜੇ ਬੱਚੇ ਥੋੜ੍ਹੇ ਰਾਹ ਤੋਂ ਭਟਕ ਵੀ ਜਾਣ ਤਾਂ ਇੱਕ ਜਿਹੜਾ ਬੀਜ ਬੀਜਿਆ ਅੱਗੇ ਜਾ ਕੇ ਜਦੋਂ ਵੀ ਪਾਣੀ ਪੈਂਦਾ ਹੈ ਉਹ ਫੁੱਲ ਪੈਂਦਾ। ਬੱਚੇ ਨੂੰ ਜਾ ਕੇ ਅੱਗੇ ਚੰਗੀ ਸੰਗਤ ਮਿਲਦੀ ਹੈ ਤਾਂ ਬੱਚਾ ਅੱਗੇ ਜਾ ਕੇ ਦੁਬਾਰਾ ਫੇਰ ਉਸੇ ਪਾਸੇ ਸੰਗਤ ਦੇ ਨਾਲ ਆ ਕੇ ਜੁੜ ਜਾਂਦਾ ਹੈ।
ਤੇ ਮੇਰੀ ਜਿਹੜੀ ਐਜੂਕੇਸ਼ਨ ਰਹੀ ਹੈ, ਜਿਵੇਂ ਮੈਂ ਦੱਸਿਆ ਕਿ ਦੁਨਿਆਵੀ ਦੇ ਨਾਲ ਨਾਲ ਜਿਹੜੀ ਧਾਰਮਿਕ ਐਜੂਕੇਸ਼ਨ ਸਾਡੇ ਪੇਰੈਂਟਸ ਨੇ ਨਾਲ ਸਾਨੂੰ ਦਿੱਤੀ ਹੈ, ਤੇ ਉਹੀ ਅਸੀਂ ਆਪਣੇ ਬੱਚਿਆਂ ਨੂੰ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ। ਕਿਉਂਕਿ ਜੇ ਆਪਾਂ ਦੇਖੀਏ ਕਿ ਇਸ ਸਮੇਂ ਜੋ ਸੰਸਾਰ 'ਤੇ ਹੋ ਰਿਹਾ, ਤੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਪੜ੍ਹੀਏ, ਉਸ ਸਮੇਂ ਉਹ ਬਾਬਰ ਦੀ ਬਾਣੀ ਦੀ ਗੱਲ ਕਰਦੇ ਨੇ। ਬਾਬਰ ਨੇ ਜੋ ਇੰਡੀਆ ਦਾ ਹਾਲ ਕੀਤਾ ਸੀਗਾ, ਉਹੀ ਅੱਜ ਦੁਨੀਆ 'ਚ ਦੇਖੀਏ ਆਪਾਂ ਹਰ ਥਾਂ 'ਤੇ ਹੋ ਰਿਹਾ ਹੈ। ਅਤੇ ਇਸ ਕਰਕੇ ਜ਼ਰੂਰਤ ਹੈ ਕਿ ਜਿਹੜੇ ਸਿੱਖੀ ਦੇ ਜਿਹੜੇ ਪ੍ਰਿੰਸੀਪਲਸ ਨੇ, ਉਹ ਸਿਰਫ ਅਤੇ ਸਿਰਫ ਪੜ੍ਹਾ ਕੇ ਨਹੀਂ, ਉਹ ਇੱਕ ਸਿੱਖ ਜਿਹੜਾ ਇੱਕ ਜਿਵੇਂ ਭਾਈ ਸਾਹਿਬ ਨੇ ਕਿਹਾ, ਡਾਕਟਰ ਸਾਹਿਬ ਨੇ ਕਿਹਾ ਕਿ ਸਿੱਖ ਇੱਕ ਚੱਲਦਾ ਫਿਰਦਾ ਨਮੂਨਾ ਹੋਵੇ ਜਿਹਨੂੰ ਦੇਖ ਕੇ ਸਿੱਖੀ ਵੱਧ ਸਕੇ। ਅਤੇ ਇਹੀ ਆਪਾਂ ਜੇ ਦੇਖੀਏ ਕਿ ਜਦੋਂ ਸਿੱਖਾਂ ਦੇ ਸਿਰਾਂ ਦੇ ਮੁੱਲ ਵੀ ਪੈਂਦੇ ਸੀ, ਫਿਰ ਵੀ ਸਿੱਖੀ ਖਤਮ ਨਹੀਂ ਹੋਈ। ਕਿਉਂ ਨਹੀਂ ਖਤਮ ਹੋਈ? ਕਿ ਜਿਹੜੇ ਸਿੱਖ ਬਚੇ ਸੀਗੇ, ਉਹਨਾਂ ਦਾ ਕਿਰਦਾਰ ਇੰਨਾ ਉੱਚਾ ਸੀਗਾ ਕਿ ਉਹਨਾਂ ਨੂੰ ਦੇਖ ਕੇ ਚਾਹੇ ਮੁਸਲਮਾਨ ਚਾਹੇ ਹਿੰਦੂ ਸੀਗੇ, ਉਹ ਸਿੱਖ ਬਣਦੇ ਸੀਗੇ। ਅਤੇ ਉਹੀ ਜਿਹੜਾ ਹੈ ਅੱਜ ਦੇ ਸਮੇਂ ਦੇ ਵਿੱਚ ਜ਼ਰੂਰਤ ਹੈ ਕਿ ਬੱਚਿਆਂ ਨੂੰ ਦੁਨਿਆਵੀ ਸਿੱਖਿਆ ਦੇ ਨਾਲ ਨਾਲ ਧਾਰਮਿਕ ਸਿੱਖਿਆ ਮਿਲੇ, ਤਾਂ ਕਿ ਅੱਗੇ ਜਾ ਕੇ ਉਹ ਨਾ ਸਿਰਫ ਆਪਣੇ ਆਪ ਨੂੰ ਗੁਰੂ ਸਾਹਿਬ ਦੇ ਸੰਤ ਸਿਪਾਹੀ ਕਹਾ ਸਕਣ, ਸਗੋਂ ਉਹਨਾਂ ਨੂੰ ਦੇਖ ਕੇ ਦੁਨੀਆ ਦੇ ਵਿੱਚ ਅਸਲ ਦੇ ਵਿੱਚ ਲੋਕੀ ਸਮਝ ਸਕਣ ਕਿ ਅਸਲ ਦੇ ਵਿੱਚ ਜ਼ਿੰਦਗੀ ਜਿਹੜੀ ਦਾ ਜੀਣ ਦਾ ਤਰੀਕਾ ਕੀ ਹੈ। ਮੈਂ ਸਿਰਫ ਆਪਣੇ ਜੀਵਨ ਬਾਰੇ ਸਿਰਫ ਇਹ ਇੱਕ ਐਗਜ਼ਾਮਪਲ ਦਿੰਦਾ ਕਿ ਮੈਂ ਪਿੱਛੇ ਜੇ ਇੰਗਲੈਂਡ ਆਪਣੇ ਕੰਮ ਵੱਲੋਂ ਗਿਆ ਸੀਗਾ, ਅਤੇ ਉੱਥੇ ਮੈਨੂੰ ਕੋਈ ਗੋਰਾ ਜਿਹੜਾ ਮਿਲਿਆ, ਉਹ ਜਾਣਦੇ ਨੇ ਕਿ ਸਿੱਖ ਕੀ ਨੇ, ਅਤੇ ਉਹਨਾਂ ਦੇ ਇੱਕ ਇੰਪਰੈਸ਼ਨ ਇਹ ਹੈ ਕਿ ਸਿੱਖ ਚੰਗੇ ਨੇ। ਉਹ ਆ ਕੇ ਜੇ ਗੱਲ ਕਰਨਗੇ ਤਾਂ ਮਾਣ ਨਾਲ ਇੱਜ਼ਤ ਨਾਲ ਗੱਲ ਕਰਦੇ ਨੇ ਕਿ ਉਹ ਜਿਹੜੀ ਸਾਡੇ ਬਜ਼ੁਰਗਾਂ ਦੀ ਜਿਹੜੀ ਕਮਾਈ ਹੋਈ ਸਿੱਖੀ ਸੀ, ਉਹਦਾ ਫਲ ਅਸੀਂ ਖਾ ਰਹੇ ਹਾਂ, ਅਤੇ ਅਸੀਂ ਜੇ ਉਹਨੂੰ ਨਹੀਂ ਕਰਾਂਗੇ ਤਾਂ ਕਿ ਸਾਡੇ ਬੱਚਿਆਂ ਨੂੰ ਉਹ ਫਲ ਨਹੀਂ ਮਿਲਣਗੇ। ਕਿ ਸਾਡੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਦੁਨਿਆਵੀ ਸਿੱਖਿਆ ਦੇ ਨਾਲ ਨਾਲ ਜਿਹੜੀ ਧਾਰਮਿਕ ਸਿੱਖਿਆ ਨੂੰ ਨਾਲ ਲੈ ਕੇ ਚੱਲੀਏ। ਅਤੇ ਉਹੀ ਜਿਹੜਾ ਹੈ ਇੱਕ ਅਸੀਂ ਕਹੀਏ ਵੀ ਇਸ ਲੋਕਲ ਲੈਵਲ ਦੇ ਉੱਤੇ ਅਸੀਂ ਡਾਕਟਰ ਵਿਰਕ ਸਾਹਿਬ ਨਾਲ ਵੀ ਜੁੜੇ ਹੋਏ ਹਾਂ, ਅਤੇ ਅਖੰਡ ਕੀਰਤਨ ਜਥੇ ਦੇ ਵਿੱਚ ਇਹ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਲੋਕਲ ਲੈਵਲ ਦੇ ਉੱਪਰ ਘਰਾਂ ਦੇ ਵਿੱਚ ਕੀਰਤਨ ਹੋਵੇ, ਗੁਰਦੁਆਰਾ ਸਾਹਿਬ ਕੀਰਤਨ ਹੋਵੇ, ਮਹੀਨਾਵਾਰੀ ਅਖੰਡ ਪਾਠ ਸਾਹਿਬ ਹੋਣ। ਅਸੀਂ ਸਾਰਾ ਕਰਕੇ ਤਾਂ ਕਿ ਅਸੀਂ ਬੱਚਿਆਂ ਨੂੰ ਨਾਲ ਜੋੜ ਸਕੀਏ। ਹਰਸ਼ਵਿੰਦਰ ਸਿੰਘ ਜੀ, ਤੁਸੀਂ ਇੱਕ ਮਿਸਾਲ ਹੋ ਕਿ ਇੱਥੇ ਰਹਿ ਕੇ ਵੀ ਤੁਹਾਡੇ ਪਰਿਵਾਰ, ਤੁਹਾਡੇ ਅੱਗੇ ਬੱਚੇ, ਭਾਵੇਂ ਉਹਨਾਂ ਦਾ ਜੰਮਪਲ ਅਮਰੀਕਾ ਦਾ ਹੋਏ, ਬਟ ਉਹ ਸਿੱਖੀ ਦੇ ਨਾਲ ਉਨੇ ਕੀ ਜੁੜੇ ਹੋਏ ਹੈ ਜਿਸ ਤਰ੍ਹਾਂ ਤੁਸੀਂ ਆਪਣੇ ਬਚਪਨ ਵਿੱਚ ਜੁੜੇ ਹੋਏ ਸੀ। ਇਸ ਚੀਜ਼ ਨੂੰ ਕਾਇਮ ਰੱਖਣ ਲਈ ਜਿਨ੍ਹਾਂ ਦੇ ਸਿਰ ਤੇ ਤੁਹਾਡੇ ਵਰਗੇ ਸਹਾਰੇ ਨਹੀਂ ਹਨ, ਉਹਨਾਂ ਦੇ ਲਈ ਇਹ ਸੰਸਥਾ ਉਹ ਸੇਵਾ ਨਿਭਾ ਰਹੀ ਹੈ ਜੋ ਜਿਸ ਤਰ੍ਹਾਂ ਅਸੀਂ ਕਿਹਾ ਉਹਨਾਂ ਦੇ ਮਾਪਿਓ ਸ਼ਾਇਦ ਨਹੀਂ ਨਿਭਾ ਸਕਦੇ, ਜਾਂ ਸ਼ਾਇਦ ਉਹ ਮਾਪਿਓ ਪਿਕਚਰ ਵਿੱਚ ਨਹੀਂ ਹੈਗੇ ਵੀ ਨਹੀਂ। ਸੋ ਜਦੋਂ ਅਸੀਂ ਆਪਣੇ ਵੱਲ ਵੇਖਦੇ ਹਾਂ, ਸਾਡੇ ਕੋਲ ਵਾਹਿਗੁਰੂ ਨੇ ਇੰਨੀ ਬਖਸ਼ਿਸ਼ ਕੀਤੀ ਹੈ ਕਿ ਅਸੀਂ ਇਨ ਬਾਹਰਲੇ ਮੁਲਕਾਂ ਵਿੱਚ ਰਹਿੰਦੇ ਹਾਂ, ਤੰਗੀ ਹੋ ਜਾਂਦੀ ਹੈ, ਉੱਪਰ ਨੀਚ ਜ਼ਰੂਰ ਹੁੰਦੀ ਹੈ, ਬਟ ਸਾਡੇ ਕੋਲ ਫਿਰ ਵੀ ਇੰਨੇ ਰਿਸੋਰਸਿਸ ਹਨ ਕਿ ਅਸੀਂ ਇੱਥੇ ਓਪਰਚੁਨਿਟੀ ਲੈਣ ਲਈ ਇੱਥੇ ਰਹਿ ਰਹੇ ਹਾਂ। ਬਟ ਉਹਨਾਂ ਦਾ ਕੌਣ ਵੇਖ ਰਿਹਾ ਹੈ ਜਿਨ੍ਹਾਂ ਦੇ ਕੋਈ ਰਿਸੋਰਸਿਸ ਨਹੀਂ ਹਨ? ਅੱਜ ਉਨ ਲੋੜਵੰਦ ਬੱਚਿਆਂ ਦੀ ਐਜੂਕੇਸ਼ਨ ਦੀ ਗੱਲ ਹੋ ਰਹੀ ਹੈ। ਕਿਸ ਤਰ੍ਹਾਂ ਤੁਸੀਂ ਇਸ ਮਿਸ਼ਨ ਦੇ ਵਿੱਚ ਭਾਵੇਂ ਇੱਕ ਬੱਚੇ ਦੀ 1 ਸਾਲ ਦੀ ਐਜੂਕੇਸ਼ਨ ਸਪਾਂਸਰ ਕਰ ਲਓ, ਉਹਦੀ ਲਾਈਫ ਟਾਈਮ ਐਜੂਕੇਸ਼ਨ ਸਪਾਂਸਰ ਕਰ ਲਓ, ਜਾਂ ਜਦੋਂ ਉਹ ਬੱਚਾ ਵੱਡਾ ਹੋ ਜਾਂਦਾ ਹੈ ਉਹਦੀ ਹਾਇਰ ਐਜੂਕੇਸ਼ਨ ਦੀ ਸਕਾਲਰਸ਼ਿਪ ਵਿੱਚ ਤੁਸੀਂ ਹਿੱਸਾ ਲੈ ਸਕਦੇ ਹੋ। ਜਿਸ ਤਰ੍ਹਾਂ ਰੀਸੈਂਟਲੀ ਇਸੇ ਸੰਸਥਾ ਵੱਲੋਂ ਅਸੀਂ ਤੁਹਾਡੇ ਨਾਲ ਸ਼ੇਅਰ ਕੀਤਾ 131 ਬੱਚਿਆਂ ਦੀ ਹਾਇਰ ਐਜੂਕੇਸ਼ਨ ਦੀ ਸਕਾਲਰਸ਼ਿਪ ਦਿੱਤੀ ਗਈ। ਇਹ ਸੇਵਾਵਾਂ ਸੈਕਰਾਮੈਂਟੋ ਅਤੇ ਸ਼ਿਕਾਗੋ ਦੀ ਸੰਗਤ ਵੱਲੋਂ ਪੂਰੀ ਕੀਤੀ ਗਈ। ਇਹੋ ਜਿਹੀ ਸੇਵਾਵਾਂ ਦੇ ਵਿੱਚ ਤੁਸੀਂ ਵੀ ਹਿੱਸਾ ਲੈ ਸਕਦੇ ਹੋ। ਸਕਰੀਨ ਤੇ ਲਿਖੀ ਹੋਈ ਇਨਫੋਰਮੇਸ਼ਨ ਜ਼ਰੂਰ ਨੋਟ ਕਰ ਲਓ। ਰਵੀਦੀਪ ਕੌਰ ਮੁਕਤਾ ਜੀ ਦੇ ਨਾਲ ਤੁਸੀਂ ਕੰਟੈਕਟ ਕਰਕੇ ਇਸ ਮਿਸ਼ਨ ਦੇ ਵਿੱਚ ਆਪਣੀ ਕੰਟਰੀਬਿਊਸ਼ਨ ਪਾ ਸਕਦੇ ਹੋ। ਤੇ ਅਸੀਂ ਜੁੜੇ ਹਾਂ ਬੜੂ ਸਾਹਿਬ ਕਲਗੀਧਰ ਟਰਸਟ ਦੇ ਸੇਵਾਦਾਰਾਂ ਦੇ ਨਾਲ, ਉਹਨਾਂ ਦੀ ਪੂਰੀ ਟੀਮ ਦੇ ਨਾਲ, ਜੋ ਕਿ ਇਸ ਮਹੀਨਾ ਡਾਕਟਰ ਦਵਿੰਦਰ ਸਿੰਘ ਜੀ ਦੇ ਨਾਲ ਯੂਨਾਈਟਿਡ ਸਟੇਟਸ ਦਾ ਟੂਰ ਕਰ ਰਹੀ ਹੈ। ਇਸ ਸੰਸਥਾ ਦੇ ਮਿਸ਼ਨ ਨੂੰ ਲੈ ਕੇ ਸੰਗਤਾਂ ਦੇ ਨਾਲ ਆਲ ਓਵਰ ਦਾ ਕੰਟਰੀ ਜੁੜ ਰਹੀ ਹੈ। ਅਸੀਂ ਤੁਹਾਨੂੰ ਦੱਸਿਆ ਕਿ ਕਿਸ ਤਰ੍ਹਾਂ ਤੁਸੀਂ ਵੀ ਅਗਰ ਇਸ ਟੂਰ ਦਾ ਹਿੱਸਾ ਲੈਣਾ ਹੈ ਜਾਂ ਡਾਕਟਰ ਦਵਿੰਦਰ ਜੀ ਦੇ ਨਾਲ ਆਪ ਮਿਲਣਾ ਹੈ, ਤੁਸੀਂ ਕਿਸ ਤਰ੍ਹਾਂ ਸੰਪਰਕ ਕਰ ਸਕਦੇ ਹੋ। ਸਕਰੀਨ ਤੇ ਲਿਖਿਆ ਹੋਇਆ ਰਵੀਦੀਪ ਕੌਰ ਮੁਕਤਾ ਜੀ ਦਾ ਨੰਬਰ ਹੈਗਾ। ਸਾਡੇ ਗੁਰੂਆਂ ਨੇ ਕਿੰਨੀ ਪ੍ਰੋਗਰੈਸਿਵ ਤੌਰ ਤੇ, ਕਿੰਨੇ ਪਹਿਲੇ ਇੱਥੇ ਦੇ ਵੱਡੇ ਸਾਇੰਟਿਸਟ ਦੀ ਸੋਚ ਤੋਂ ਵੀ ਪਹਿਲੇ ਕਿਹਾ ਸੀ, ਲੱਖੋ ਆਕਾਸ਼ ਲੱਖੋ ਪਤਾਲ। ਇੱਕ ਇਹੋ ਜਿਹੀ ਸਾਇੰਟਿਫਿਕ ਨੌਲੇਜ ਜੋ ਉਸ ਟਾਈਮ ਰੈਵੋਲੂਸ਼ਨਰੀ ਸੀਗੀ, ਅਨਹਰਡ ਆਫ। ਤੇ ਅੱਜ ਦੀ ਡੇਟ ਦੇ ਵਿੱਚ ਜਦੋਂ ਅਸੀਂ ਆਪਣੀ ਕੌਮ ਨੂੰ ਵੇਖਦੇ ਹਾਂ, ਕਿਸ ਮੁਕਾਮ ਤੇ ਅਸੀਂ ਉਹ ਨੌਲੇਜ, ਉਹ ਇੱਕ ਐਜੂਕੇਸ਼ਨ ਦੀ ਜੋ ਥਰਸਟ ਸੀਗੀ, ਗਵਾਤੀ। ਮਨ ਉਦਾਸ ਹੁੰਦਾ ਹੈ ਵੇਖ ਕੇ ਜਦੋਂ ਸਾਡੀ ਕੌਮ ਸਿੱਖੀ ਉਸ ਐਜੂਕੇਸ਼ਨ ਤੋਂ ਜੁਦਾ ਹੋ ਰਹੀ ਹੈ ਜਿਹਦੇ ਕਰਕੇ ਅਸੀਂ ਐਕਸੈਲ ਕਰ ਸਕਦੇ ਹਾਂ। ਬਟ ਉਸੇ ਵੇਨ ਦੇ ਵਿੱਚ ਖੁਸ਼ੀ ਵੀ ਮਹਿਸੂਸ ਹੁੰਦੀ ਹੈ ਕਿ ਇਹੋ ਜਿਹੀ ਸੰਸਥਾਵਾਂ ਵੱਲੋਂ ਖਾਸ ਕਰਕੇ ਇਸ ਪ੍ਰੀਮੀਅਰ ਆਰਗੇਨਾਈਜੇਸ਼ਨ ਕਰਕੇ ਇੱਕ ਵਾਰੀ ਫਿਰ ਐਜੂਕੇਸ਼ਨ ਦਾ ਬੇੜਾ
ਸਿੱਖਾਂ ਤੱਕ ਪਹੁੰਚਾਇਆ ਜਾ ਰਿਹਾ, ਉਨ ਸਿੱਖਾਂ ਤੱਕ ਜਿਨ੍ਹਾਂ ਦੇ ਕੋਲ ਰਿਸੋਰਸਿਸ ਨਹੀਂ ਹਨ, ਉਨ ਸਿੱਖਾਂ ਤੱਕ ਜਿਨ੍ਹਾਂ ਦੇ ਕੋਲ ਸ਼ਾਇਦ ਕੈਪੇਬਿਲਿਟੀ ਨਹੀਂ ਹੈ ਕਿ ਉਹ ਆਪ ਦੀ ਅਗਲੀ ਪੀੜ੍ਹੀ ਨੂੰ ਉਸ ਐਜੂਕੇਸ਼ਨ ਦੇ ਨਾਲ ਜੋੜਨ। ਸਾਡੇ ਨਾਲ ਹੁਣ ਸਿਐਟਲ ਦੇ ਕੁਝ ਹੋਰ ਸੰਗਤ ਦੇ ਮੈਂਬਰਸ ਜੁੜੇ ਹੋਏ ਹਨ। ਸਰਦਾਰ ਦਲਜੀਤ ਸਿੰਘ ਦਿਓਲ ਜੀ, ਤੁਹਾਡੀ ਇੰਨੀ ਇੱਕ ਇਲਸਟਰੀਅਸ ਬੈਕਗਰਾਉਂਡ ਹੈਗੀ, ਭਾਵੇਂ US 에ਅਰ ਫੋਰਸ ਦੀ ਗੱਲ ਹੋਏ, ਯੂ ਆਰ ਮੈਨ ਆਫ ਸਾਇੰਸ ਐਜ਼ ਵੈਲ। ਦਲਜੀਤ ਸਿੰਘ ਜੀ, ਤੁਹਾਡਾ ਇੱਕ ਲਗਾਵ ਵੀ ਇਸ ਸੰਸਥਾ ਦੇ ਨਾਲ ਕਿੰਨੇ ਪੁਰਾਣੇ ਸਮੇਂ ਤੋਂ ਚੱਲਦਾ ਆ ਰਿਹਾ। ਮੈਂ ਚਾਹਾਂਗੀ ਤੁਸੀਂ ਥੋੜ੍ਹਾ ਜਿਹਾ ਸਾਨੂੰ ਦੱਸੋ, ਇੱਕ ਤਾਂ ਤੁਹਾਡੀ ਇਸ ਜਰਨੀ ਬਾਰੇ ਤੇ ਕਿਸ ਤਰ੍ਹਾਂ ਤੁਸੀਂ ਇਸ ਸੰਸਥਾ ਦੇ ਨਾਲ ਜੁੜੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਪਹਿਲਾਂ ਸ਼ਿਕਾਗੋ ਹੁੰਦਾ ਸੀ, ਪਹਿਲਾ ਟਾਈਮ ਸਿੱਖ ਰਿਲੀਜੀਅਸ ਸੁਸਾਇਟੀ ਪਹਿਲਾ ਟਾਈਮ। ਉੱਥੇ ਤਕਰੀਬਨ 86 'ਚ ਮੇਰੇ ਖਿਆਲ 'ਚ ਬੜੂ ਸਾਹਿਬ ਤੋਂ ਬਾਬਾ ਜੀ ਆਏ ਸੀਗੇ ਅਤੇ ਆਪਣਾ ਪ੍ਰਿੰਸੀਪਲ ਖੇਮ ਸਿੰਘ ਜਿਹੜੇ ਵਾਈਸ ਚਾਂਸਲਰ ਸੀਗੇ। ਉੱਥੇ ਬੱਚਿਆਂ ਨੇ ਕੀਰਤਨ ਕੀਤਾ। ਉਹਨਾਂ ਦੇ ਬੱਚਿਆਂ ਦੇ ਕੀਰਤਨ ਤੋਂ ਸਾਰੀ ਸੰਗਤ ਇੰਪਰੈਸ ਹੋਈ। ਇੱਕ ਤਾਂ ਵੱਡੀ ਗੱਲ ਇਹ ਸੀ ਕਿ ਸਾਰਿਆਂ ਦਾ ਡਿਸਿਪਲਿਨ ਸੀਗਾ, ਬਸਤਰ ਇੱਕੋ ਜਿਹੇ ਸੀਗੇ ਜਿਹੜਾ ਇੱਕ ਡਿਸਿਪਲਿਨ ਸ਼ੋਅ ਕਰਦਾ। ਦੂਸਰਾ, ਉਹਨਾਂ ਨੇ ਤੰਤੀ ਸਾਜ਼ਾਂ ਨਾਲ ਕੀਰਤਨ ਕੀਤਾ। ਉਸ ਤੋਂ ਬਾਅਦ ਮੈਂ ਇੱਕ ਹੋਰ ਗੱਲ ਦੱਸਣੀ ਚਾਹਾਂ ਕਿ ਗੁਰੂ ਗ੍ਰੰਥ ਸਾਹਿਬ ਵਿੱਚ 22 ਵਾਰਾਂ ਨੇ, ਪਰ 22 ਵਾਰਾਂ 'ਚੋਂ ਇਕੱਲੀ ਆਸਾ ਦੀ ਵਾਰ ਦਾ ਕੀਰਤਨ ਕੀਤਾ ਜਾਂਦਾ ਹੈ, ਉਹ ਵੀ ਵਾਜਿਆਂ ਨਾਲ। ਪਰ ਜਿਹੜਾ ਪੁਰਾਣਾ ਤਰੀਕਾ ਹੈਗਾ, ਉਹ ਬੜੂ ਸਾਹਿਬ ਦੇ ਜਿਹੜੇ ਬੱਚੇ ਸੀਗੇ, ਉਹਨਾਂ ਦੇ ਜਥੇ ਨੇ ਆਪਣੇ ਤੰਤੀ ਸਾਜ਼ਾਂ ਦੇ ਨਾਲ ਆਸਾ ਦੀ ਵਾਰ ਦਾ ਕੀਰਤਨ ਕੀਤਾ, ਜਿਹਨੂੰ ਕਿ ਸਾਰੀ ਸੰਗਤ ਨੇ ਬਹੁਤ ਚੰਗੀ ਤਰ੍ਹਾਂ ਲਾਈਕ ਕੀਤਾ। ਬਾਕੀ ਉਹਨਾਂ ਨੇ ਉੱਥੇ ਲਿਟਰੇਚਰ ਵੀ ਵੰਡਿਆ ਅਤੇ ਇਹਨਾਂ ਦੀ ਇੱਕ ਬਹੁਤ ਵੱਡੀ ਕੰਟਰੀਬਿਊਸ਼ਨ ਹੈ। ਸਭ ਤੋਂ ਵੱਡੀ ਇਹ ਚੀਜ਼ ਹੈ, ਐਜੂਕੇਸ਼ਨ ਬਾਰੇ ਆਪ ਸੁਣੀ ਚੁੱਕੇ ਹੋ ਸਾਰੇ ਜਾਣੇ। ਮੇਰੇ ਵੀ ਨਾਨਾ ਜੀ ਖਾਲਸਾ ਹਾਈ ਸਕੂਲ ਕਰਾਚੀ 'ਚ ਪੰਜਾਬੀ ਪੜ੍ਹਾਉਂਦੇ ਰਹੇ ਨੇ, ਕਿਉਂਕਿ ਸਿੱਖੀ ਦਾ ਮਿਸ਼ਨ ਸੀਗਾ ਵੀ ਐਜੂਕੇਸ਼ਨ ਦੇ ਨਾਲ ਪ੍ਰਚਾਰ ਕਰੋ। ਅਤੇ ਇਸ ਵੇਲੇ ਜਿਹੜਾ ਅਕਾਲ ਅਕੈਡਮੀ ਹੈ, ਇਹ ਐਜੂਕੇਸ਼ਨ ਇਨਫਰਾਸਟਰਕਚਰ ਬਹੁਤ ਸਟਰੋਂਗ ਹੈ ਔਰ ਕਈ ਸਟੇਟਾਂ 'ਚ ਫੈਲਿਆ ਹੋਇਆ ਅਤੇ ਬੜਾ ਇਫੈਕਟਿਵ ਹੈ। ਅਤੇ ਇਹਨਾਂ ਦੀ ਬਹੁਤ ਵੱਡੀ ਕੰਟਰੀਬਿਊਸ਼ਨ ਹੈ ਕਿ ਥਾਵਾਂ ਥਾਵਾਂ 'ਤੇ ਇਹਨਾਂ ਨੇ ਸਕੂਲ ਕਾਲਜ ਖੋਲ੍ਹੇ ਨੇ। ਮੇਰੇ ਪਿੰਡ ਵੀ ਇਹਨਾਂ ਨੇ ਕਾਲਜ ਖੋਲ੍ਹੇ ਹੈ ਅਤੇ ਉਹਦੇ ਨਾਲ ਫਿਰ ਇਹ ਕੀ ਹੁੰਦਾ ਹੈ, ਲੋੜਵੰਦ ਬੱਚਿਆਂ ਨੂੰ ਐਜੂਕੇਸ਼ਨ ਦਿੱਤੀ ਜਾਂਦੀ ਹੈ ਅਤੇ ਗੁਰਸਿੱਖੀ ਬਾਰੇ ਦੱਸਿਆ ਜਾਂਦਾ ਹੈ, ਗੁਰ ਇਤਿਹਾਸ ਬਾਰੇ ਦੱਸਿਆ ਜਾਂਦਾ ਹੈ। ਇੱਕ ਹੋਰ ਮੈਂ ਸੰਗਤ ਨੂੰ ਦੱਸਣੀ ਚਾਹਾਂ ਕਿ ਇੰਟਰਨੈੱਟ 'ਤੇ ਅਕਾਲ ਅਕੈਡਮੀ ਵੱਲੋਂ ਖੋਜ ਗੁਰਬਾਣੀ ਕਰਕੇ ਇੱਕ ਚੈਨਲ ਹੈ। ਉਸ ਚੈਨਲ ਦੇ ਵਿੱਚ ਜਿੰਨੇ ਵੀ ਵੱਡੇ ਵੱਡੇ ਪ੍ਰਸਿੱਧ ਰਾਗੀ ਸਿੰਘ ਨੇ, ਉਹਨਾਂ ਦੇ ਸ਼ਬਦ ਕੀਰਤਨ ਉੱਥੇ ਰਿਕਾਰਡ ਕੀਤੇ ਨੇ। ਜੇ ਕਿਸੇ ਨੂੰ ਸ਼ਰਧਾ ਹੋਵੇ ਸੁਣਨ ਦੀ, ਉੱਥੋਂ ਬਹੁਤ ਵੱਡਾ ਫਾਇਦਾ ਲੈ ਸਕਦੇ ਨੇ। ਇਹ ਇੱਕ ਬਹੁਤ ਵੱਡਾ ਕੀਮਤੀ ਖਜ਼ਾਨਾ ਹੈ ਕਿ ਅਸੀਂ ਕਿਸੇ ਦਾ ਕੀਰਤਨ ਸੁਣਨਾ ਚਾਹੀਏ, ਉੱਥੇ ਜਾ ਕੇ ਸੁਣ ਸਕਦੇ ਹਾਂ। ਇਹ ਬਹੁਤ ਵੱਡੀ ਕੰਟਰੀਬਿਊਸ਼ਨ ਹੈ। ਅਤੇ ਬਾਕੀ ਕੁਛ ਪੁਆਇੰਟ ਨੇ ਜਿਹੜੇ ਕਿ ਆਪਣਾ ਅਕਾਲ ਅਕੈਡਮੀ ਵਾਲੇ ਸਿੱਖ ਕੌਮ ਦੀ ਸੇਵਾ ਕਰ ਸਕਦੇ ਨੇ ਕਿ ਕੀਰਤਨ ਰਾਹੀਂ ਬੱਚਿਆਂ ਨੂੰ ਸਿਖਾਇਆ ਜਾਵੇ, ਕੀਰਤਨ ਦੇ ਅਰਥ ਦੱਸੇ ਜਾਣ, ਗੁਰਬਾਣੀ ਦੇ ਅਰਥ ਦੱਸੇ ਜਾਣ ਅਤੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਸਿਖਾਇਆ ਜਾਵੇ। ਇੱਕ ਹੋਰ ਅਸੀਂ ਆਸ ਉਮੀਦ ਕਰਦੇ ਹਾਂ ਕਿ ਪੂਰੇ ਪੰਥ ਵਿੱਚ ਆਮ ਤੌਰ 'ਤੇ ਸਾਡੇ ਪਬਲਿਸ਼ਰਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਪਦਛੇਦ ਕਰਕੇ ਸਰੂਪ ਛਾਪ ਦਿੱਤੇ ਨੇ, ਜਿਹੜੇ ਕਿ ਉਹਨਾਂ ਨੂੰ ਸੌਖੇ ਨੇ, ਪਰ ਸਿੱਖਣ ਦੇ ਲਈ ਜਿਹੜੀ ਲੜੀਵਾਰ ਹੈ ਗੁਰੂ ਗ੍ਰੰਥ ਸਾਹਿਬ ਦੀਆਂ ਪੁਰਾਤਨ ਬੀੜਾਂ ਨੇ, ਉਸ 'ਤੇ ਥੋੜ੍ਹਾ ਜਿਹਾ ਬੱਚਿਆਂ ਨੂੰ ਟ੍ਰੇਨਿੰਗ ਦਿੱਤੀ ਜਾਵੇ, ਸ਼ੁਰੂਆਤ ਕੀਤੀ ਜਾਵੇ, ਤਾਂ ਜੋ ਬੱਚੇ ਲੜੀਵਾਰ ਤੋਂ ਪਾਠ ਕਰ ਸਕਣ। ਸ਼ਿਕਾਗੋ ਕਿਸੇ ਨੇ ਅਖੰਡ ਪਾਠ ਰੱਖਣਾ ਸੀਗਾ, ਉਹ ਲੱਭਦਾ ਫਿਰ ਵੀ ਪਾਠੀ ਨਹੀਂ ਮਿਲਦੇ। ਔਰ ਇਹ ਹੈ ਵੀ ਇਹੀ ਗੱਲ ਹੈ, ਕਿਸੇ ਸ਼ਹਿਰ 'ਚ ਚਲੇ ਜਾਓ, ਵੱਡੇ ਸ਼ਹਿਰ ਚਲੇ ਜਾਓ, ਲੜੀਵਾਰ ਪਾਠੀ ਨਹੀਂ ਮਿਲਦੇ, ਬਹੁਤ ਵੱਡੀ ਘਾਟ ਹੈ। ਇਸ ਦੇ ਨਾਲ ਹੀ ਜਿੰਨੇ ਕੀਰਤਨ ਹੁੰਦੇ ਨੇ ਸਭ ਟਿਊਨਸ ਦੇ ਨਾਲ ਹੁੰਦੇ ਨੇ, ਰਾਗਾਂ ਵਿੱਚ ਕੋਈ ਨਹੀਂ ਕਰਦਾ। ਇਸੇ ਤਰ੍ਹਾਂ ਜਿਹੜੀ ਆਸਾ ਦੀ ਵਾਰ ਹੈ, ਜਿਹੜੀ ਮਰਿਆਦਾ ਤੰਤੀ ਸਾਜ਼ਾਂ ਨਾਲ ਕੀਤੀ ਗਈ ਹੈ, ਉਹਨੂੰ ਸਾਨੂੰ ਰਿਵਾਈਵ ਕਰਨਾ ਚਾਹੀਦਾ ਹੈ। ਸੋ ਮੇਰੀਆਂ ਇੰਨੀਆਂ ਕੀ ਬੇਨਤੀਆਂ ਨੇ। ਅਤੇ ਬਾਕੀ ਇੱਕ ਪੋਜ਼ੀਟਿਵ ਪੁਆਇੰਟ ਇਹ ਹੈ, ਜਿਵੇਂ ਇਹਨਾਂ ਨੇ ਦੱਸਿਆ ਕਿ ਪੰਜਾਬ ਤੋਂ ਬਾਹਰ ਵੀ ਬਹੁਤ ਸਾਰੇ ਲੋਕ ਨੇ ਜਿਹੜੇ ਪੰਜਾਬੀ ਸਿੱਖਣਾ ਚਾਹੁੰਦੇ ਨੇ। ਜਿਵੇਂ ਹੁਣੇ ਮੈਂਸ਼ਨ ਕੀਤਾ ਸੀਗਾ ਔਨਲਾਈਨ, ਉਹ ਮੇਰੇ ਖਿਆਲ 'ਚ ਬਹੁਤ ਵੱਡਾ ਐਫਰਟ ਹੈ, ਕਿਉਂਕਿ ਪੱਛਮੀ ਪੰਜਾਬ 'ਚ ਵੀ ਲੋਕ ਪੰਜਾਬੀ ਸਿੱਖਣਾ ਚਾਹੁੰਦੇ ਨੇ, ਉਧਰ ਸਾਊਥ ਇੰਡੀਆ 'ਚ ਵੀ ਪੰਜਾਬੀ ਸਿੱਖਣਾ ਚਾਹੁੰਦੇ ਨੇ। ਸੋ ਇੱਕ ਬਹੁਤ ਵੱਡਾ ਗਲੋਬਲ ਐਫਰਟ ਹੈ, ਜਿਸ ਦੀ ਆਸ ਉਮੀਦ ਹੈ ਕਿ ਅਕਾਲ ਅਕੈਡਮੀ ਦੀ ਸਾਨੂੰ ਹੈਲਪ ਮਿਲ ਸਕਦੀ ਹੈ।
ਔਰ ਇਹਨਾਂ ਕੋਲ ਇਹ ਐਫਰਟਸ ਨੇ, ਇਹਨਾਂ ਕੋਲ ਰਿਸੋਰਸਿਸ ਨੇ, ਇਹਨਾਂ ਕੋਲ ਐਕਸਪਰਟੀਜ਼ ਹੈ, ਇਹੀ ਕਰ ਸਕਦੇ ਨੇ। ਕੋਈ ਇੰਡੀਵਿਜੂਅਲ ਲੈਵਲ ਤੇ ਕੋਈ ਬੰਦਾ ਇੰਨਾ ਕੁਝ ਕਰ ਨਹੀਂ ਸਕਦਾ ਜਿੰਨਾ ਅਕਾਲ ਅਕੈਡਮੀ ਕਰ ਸਕਦੀ ਹੈ। ਜੀ ਦਲਜੀਤ ਸਿੰਘ ਜੀ, ਤੁਸੀਂ ਇਹ ਬਹੁਤ ਵਧੀਆ ਪੁਆਇੰਟ ਰੱਖਿਆ। ਇੰਡੀਵਿਜੂਅਲ ਲੈਵਲ ਤੇ ਇੰਨਾ ਵੱਡਾ ਕਾਰਜ ਕੋਈ ਨਹੀਂ ਇਹ ਬੇੜਾ ਚੁੱਕ ਸਕਦਾ, ਬਟ ਜਦੋਂ ਅਸੀਂ ਇੱਕ ਮੁੱਠੀ ਵਾਂਗ ਇਕੱਠੇ ਹੋ ਕੇ ਇਸ ਮਿਸ਼ਨ ਵਿੱਚ ਜੁੜਨ, ਕੀ ਕੁਛ ਨਹੀਂ ਅਸੀਂ ਕਰ ਸਕਦੇ। ਅੰਜੂ ਸਿੱਧੂ ਜੀ, ਤੁਸੀਂ ਹੁਣ ਸਾਡੇ ਨਾਲ ਜੁੜੇ ਹਨ। ਅੰਜੂ ਜੀ, ਜ਼ਿਆਦਾਤਰ ਲੋਕਾਂ ਨੂੰ ਇਸ ਸੰਸਥਾ ਬਾਰੇ, ਇਹਨਾਂ ਦੇ ਕੰਮ ਬਾਰੇ ਸਾਡੇ ਨਾਲ ਜੁੜ ਕੇ ਜਾਂ ਇੰਟਰਨੈਟ ਤੇ ਜਾਂ ਕਿਸੇ ਨਾਲ ਗੱਲ ਕਰਕੇ ਜਾਣਕਾਰੀ ਮਿਲਦੀ ਹੈ। ਇਹ ਜ਼ਿਆਦਾ ਲੋਕਾਂ ਨੂੰ ਮੌਕਾ ਨਹੀਂ ਮਿਲਦਾ ਉਹ ਆਪ ਜਾ ਕੇ ਵੇਖਣ ਕਿ ਕਿਸ ਤਰ੍ਹਾਂ ਦਾ ਮਾਹੌਲ, ਕਿਸ ਤਰ੍ਹਾਂ ਦਾ ਐਕਸਪੀਰੀਅੰਸ ਉਨ ਬੱਚਿਆਂ ਦਾ ਹੋ ਰਿਹਾ ਹੈ ਜੋ ਐਕਚੁਅਲੀ ਇਸ ਸੰਸਥਾ ਤੋਂ ਬੈਨੀਫਿਟ ਕਰਦੇ, ਐਜੂਕੇਸ਼ਨ ਉਹਨਾਂ ਨੂੰ ਮਿਲ ਰਹੀ ਹੈ। ਤੁਸੀਂ ਰੀਸੈਂਟਲੀ ਹੋ ਕੇ ਆਏ ਹੋ, ਤੁਹਾਡਾ ਕੀ ਐਕਸਪੀਰੀਅੰਸ ਰਿਹਾ? तो मैं अभी 1 महीना पहले बड़ू साहिब में उनके एनुअल डे फंक्शन में थी। मैं ये कहूँगी कि वहाँ जाके ऐसे लग रहा था कि ये स्कूल इस दुनिया और इस धरती से ही अलग है। सारे बच्चे वहाँ पे इतने मेहनत से उन्होंने अपना सारा प्रिपरेशन की थी। नर्सरी के बच्चों से लेके 11th 12th कॉलेज के बच्चे सभी वहाँ पे एक तो बहुत खुश नज़र आ रहे थे और उनकी प्रिपरेशन से पता चल रहा था कि वो लोग पूरा साल स्कूल में कितनी मेहनत करते हैं। वहाँ पे सारी चीज़ें ए क्लास लग रही थी। फॉर एग्ज़ाम्पल देयर presentation, their verbal skills, their knowledge about computers, AI. Fifth-year-old, or 5th grade student, 6th grade student could tell you the difference between ChatGPT and Bard. They could also talk about the not so good side of the technology. They were talking about sports. Their art projects were really beautiful. Their music, sports skills, as on the annual day we witnessed the effort that is put into these kids by the institute, by their teachers. It was just very, very beautiful. I wish I was a kid again and I would want to go to Badu Sahib. Wow, what a ringing endorsement. Thank you so much, Anju ji. ਕਿਹਾ ਜਾਂਦਾ ਹੈ ਕਿ ਛੋਟੀ ਲੱਕੜੀ ਨੂੰ ਅੱਗ ਜਲਦੀ ਲੱਗਦੀ ਹੈ, ਜਲਦੀ ਅੱਗ ਫੜ ਲੈਂਦੀ ਹੈ। ਵੱਡੀ ਲੱਕੜ ਤੁਸੀਂ ਉੱਥੇ ਰੱਖ ਦਿਓ, ਉਹ ਪਈ ਰਹਿੰਦੀ ਹੈ। ਡਾਕਟਰ ਦਵਿੰਦਰ ਸਿੰਘ ਜੀ, ਪ੍ਰੋਗਰਾਮ ਦੇ ਅਖੀਰ ਦੇ ਵਿੱਚ ਮੈਂ ਚਾਹਾਂਗੀ ਤੁਸੀਂ ਇਹ ਚੀਜ਼ ਦੇ ਬਾਰੇ ਪਹਿਲੇ ਡੀਟੇਲ ਵਿੱਚ ਦੱਸ ਰਹੇ ਸੀ ਕਿ ਸਾਈਕੋਲੋਜਿਸਟ, ਸਾਇੰਸ ਸਾਨੂੰ ਇਹੀ ਚੀਜ਼ ਦੱਸਦੀ ਹੈ ਕਿ ਛੋਟੇ ਬੱਚਿਆਂ ਨੂੰ ਸ਼ੁਰੂਆਤ ਤੋਂ ਇਹੋ ਚੀਜ਼ਾਂ, ਇਹੋ ਜਿਹੇ ਮਾਹੌਲ ਦੇ ਵਿੱਚ ਜਦੋਂ ਅਸੀਂ ਰੱਖਦੇ ਹਾਂ, ਉਹ ਅੱਗੇ ਜਾ ਕੇ ਕੀ ਕੁਛ ਨਹੀਂ ਕਰ ਸਕਦੇ। ਬੜੂ ਸਾਹਿਬ ਕਲਗੀਧਰ ਟਰਸਟ ਸੰਸਥਾ ਕਿਸ ਤਰ੍ਹਾਂ ਇੱਕ ਐਂਡ ਟੂ ਐਂਡ ਪਾਈਪਲਾਈਨ ਕ੍ਰੀਏਟ ਕਰ ਰਹੀ ਹੈ ਜਿਹਦੇ ਵਿੱਚ ਛੋਟਾ ਬੱਚਾ ਉਹ ਛੋਟੀ ਲੱਕੜੀ ਵਾਂਗ ਸਿੱਖੀ ਦੀ ਅੱਗ ਵੀ ਫੜ ਸਕਦਾ ਹੈ, ਬਟ ਅੱਗੇ ਜਾ ਕੇ ਉਹ ਵੱਡੀ ਪੋਸਟਸ ਵੀ ਹੋਲਡ ਕਰ ਸਕਦਾ, ਭਾਵੇਂ ਉਹ ਮਾਈਕਰੋਸਾਫਟ, ਗੂਗਲ ਵਰਗੀ ਕੰਪਨੀਜ਼ ਵਿੱਚ ਹੋਣ ਜਾਂ ਪੰਜਾਬ ਦੇ ਵਿੱਚ IAS ਆਫਿਸਰ, CM ਦੀ ਪੋਸਟ ਹੋਏ। ਹਾਂਜੀ ਅਸ਼ਮਿਤਾ ਜੀ, ਇਹ ਤੇ ਫੈਕਟ ਹੈ। ਆਈ ਜਸਟ ਸਟਾਰਟ ਵਿਦ ਫਰਮ ਵੇਅਰ ਅੰਜੂ ਜੀ ਲੈਫਟ। ਜਿੱਦਾਂ ਅੰਜੂ ਜੀ ਨੇ ਆਪਣੇ ਇਹ ਇਮੋਸ਼ਨਲ ਹੋ ਕੇ ਕਿਹਾ ਜੀ ਕਿ ਮੈਂ ਇਫ ਆਈ ਵਾਸ ਟੂ ਬੀ ਬੋਰਨ ਅਗੇਨ ਆਈ ਵੁੱਡ ਲਵ ਟੂ ਜੁਆਇਨ ਟੂ ਬੀ ਅ ਪਾਰਟ ਆਫ ਅਕਾਲ ਅਕੈਡਮੀ। ਇਸੀ ਤਰ੍ਹਾਂ ਸਾਡੇ ਇਸੀ ਐਨੂਅਲ ਡੇ ਵਿੱਚ ਇੱਕ ਗੈਸਟ ਆਏ ਸੀ ਫਰੋਮ ਬਾਰਾਮੂਲਾ, ਮਿਸਟਰ ਮਲਿਕ, Arif Muhammad Malik or some such. He was a Muslim. तो उसने when he addressed the gathering, उसने भी यही किया कि जे मैं यही परमात्मा ਨੂੰ ਅੱਗੇ ਬੇਨਤੀ ਕਰਾਂਗਾ ਕਿ ਅਗਲੇ ਜਨਮ ਵਿੱਚ ਮੈਨੂੰ ਵੀ ਇਸ ਸਕੂਲ ਵਿੱਚ ਦਾਖਲਾ ਮਿਲੇ, ਮੈਂ ਵੀ ਇਹ ਵਿਦਿਆ ਲਵਾਂ। ਸੋ ਇਸ ਤਰ੍ਹਾਂ ਦਾ ਇੰਪੈਕਟ ਪੈ ਜਾਂਦਾ ਹੈ ਜੀ ਕੋਈ ਵੀ ਵਿਜ਼ਟਰ ਉੱਥੇ ਆਉਂਦਾ ਹੈ। ਇਹ ਇੱਕ ਐਸੀ ਸੰਸਥਾ ਹੈ ਜਿੱਥੇ ਕਿ ਅਸੀਂ 4 ਸਾਲ ਤੋਂ ਲੈ ਕੇ, ਨਰਸਰੀ ਤੋਂ ਲੈ ਕੇ PhD ਤੱਕ ਬੱਚੇ ਨੂੰ ਪੜ੍ਹਨ ਦੀ ਉੱਥੇ ਸਾਡੇ ਕੋਲ ਫੈਸਿਲਿਟੀ ਹੈ। ਔਰ ਕੁਝ ਪ੍ਰੋਗਰਾਮਸ ਐਸੇ ਹਨ ਸਾਡਾ ਬਿਜ਼ਨਸ ਦਾ, ਇੰਜੀਨੀਅਰਿੰਗ ਦਾ, ਜਿੱਥੋਂ ਕਿ ਸਾਇੰਟਿਸਟ ਆਲ ਓਵਰ ਦਾ ਵਰਲਡ ਉਸ ਵਿੱਚ ਪਾਰਟੀਸਿਪੇਟ ਕਰਦੇ ਹਨ ਤਾਂ ਕਿ ਉਹ ਲੇਟੈਸਟ ਜੋ ਵੀ ਡਿਵੈਲਪਮੈਂਟਸ ਹੋ ਰਹੀ ਹੈ
ਉਹ ਬੱਚਿਆਂ ਨੂੰ ਇੰਪਾਰਟ ਕੀਤੀਆਂ ਜਾ ਸਕਣ। ਸੈਕੰਡ ਥਿੰਗ ਵਿਚ ਵੀ ਆਲਵੇਜ਼ ਫੋਕਸ ਔਨ ਇਜ਼ ਕੁਆਲਿਟੀ ਆਫ ਐਜੂਕੇਸ਼ਨ। ਉੱਥੇ ਬਿਲਕੁਲ ਵੀ ਕੋਈ ਕੰਪਰੋਮਾਈਜ਼ ਨਹੀਂ ਹੈ। ਬਾਬਾ ਇਕਬਾਲ ਸਿੰਘ ਜੀ ਸਾਨੂੰ ਹਮੇਸ਼ਾ ਇਹ ਮੋਟੀਵੇਟ ਕਰਦੇ ਸੀ ਕਿ ਬਈ ਕੁਆਲਿਟੀ ਦੀ ਕੋਈ ਕੀਮਤ ਨਹੀਂ ਹੁੰਦੀ। ਜਿਤਨਾ ਵੀ ਤੁਹਾਨੂੰ ਇਸ ਖਰਚਾ ਲੋੜ ਪੇ ਕਰੋ, ਜਿੱਥੋਂ ਵੀ ਤੁਹਾਨੂੰ ਕੋਈ ਚੰਗਾ ਟੀਚਰ ਮਿਲਦਾ, ਕੋਈ ਚੰਗਾ ਪ੍ਰੋਫੈਸਰ ਮਿਲਦਾ, ਸੋ ਲਿਆਓ ਔਰ ਉਸਨੂੰ ਜਿਤਨੀ ਤਨਖਾਹ ਮੰਗਦਾ ਸੋ ਦਿਓ, ਤਾਂ ਕਿ ਕੁਆਲਿਟੀ ਬੱਚੇ ਦੀ ਬਹੁਤ ਹਾਈ ਹੋਏ। ਜਿਸ ਤਰ੍ਹਾਂ ਤੁਸੀਂ ਵੀ ਕਿਹਾ ਸੀਗਾ, ਮਾਈਨੋਰਿਟੀਜ਼ ਕੈਨ ਨਾਟ ਸਰਵਾਈਵ ਵਿਦਆਊਟ ਕੁਆਲਿਟੀ। ਸੋ ਇਹੀ ਸਾਡਾ ਆਬਜੈਕਟਿਵ, ਟੌਪ ਕਲਾਸ ਐਜੂਕੇਸ਼ਨ ਦਿੱਤੀ ਜਾਏ। ਬੜੂ ਸਾਹਿਬ ਵਿੱਚ ਇਨ ਐਡੀਸ਼ਨ ਟੂ ਦ CBSE ਐਫੀਲੀਏਸ਼ਨ, ਸਾਡੇ ਉੱਥੇ ਨਾਰਥ ਇੰਡੀਆ ਵਿੱਚ ਸ਼ਾਇਦ ਬਹੁਤ ਘੱਟ ਸਕੂਲ ਹਨ ਜਿੱਥੇ ਕਿ ਨਾਲ ਹੀ ਇੰਟਰਨੈਸ਼ਨਲ ਬੈਕਲੌਰੇਟ ਦਾ ਵੀ ਐਫੀਲੀਏਸ਼ਨਸ ਹਨ ਔਰ IGCSE ਕੈਂਬਰਿਜ ਯੂਨੀਵਰਸਿਟੀ ਦੀ ਵੀ ਐਫੀਲੀਏਸ਼ਨਸ ਹਨ, ਅਤੇ ਪੰਜਾਬੀ ਕਿੰਡਰਗਾਰਟਨ ਤੋਂ ਪੜ੍ਹਾਈ ਜਾਂਦੀ ਹੈ। ਇਹ ਸਾਡੀ ਵਿਲੱਖਣਤਾ ਹਨ। ਸਿੰਸ ਤੁਸੀਂ ਇਹ ਗੱਲ ਕੀਤੀ ਹੈ ਅਤੇ ਮੈਂ ਸਾਰੀ ਸੰਗਤ ਅੱਗੇ ਇਹੀ ਬੇਨਤੀ ਕਰਨਾ ਚਾਹਾਂਗਾ ਕਿ ਆ ਕੇ ਉੱਥੇ ਦੇਖੋ ਕਿ ਕੀ ਹੋ ਰਿਹਾ ਹੈ। ਜਿਸ ਤਰ੍ਹਾਂ ਅੰਜੂ ਜੀ ਆਏ ਤਾਂ ਸ਼ੀ ਵਾਜ਼ ਪਲੈਜ਼ੈਂਟਲੀ ਸਰਪ੍ਰਾਈਜ਼ ਕਿ ਕਿੱਥੇ ਰਿਮੋਟ ਜਗ੍ਹਾ 'ਤੇ ਆਫਟਰ ਟੀਡੀਅਸ ਜਰਨੀ ਆਫ 4 hours ਕਿੱਥੇ ਆ ਕੇ ਇਹੋ ਜਿਹੀ ਨਗਰੀ ਬਸੀ ਹੋਈ ਹੈ ਔਰ ਇਤਨਾ ਕੁਝ ਉੱਥੇ ਹੋ ਰਿਹਾ ਹੈ। ਦਾਸ ਇਹ ਬੇਨਤੀ ਕਰੇਗਾ ਕਿ ਜਿਹੜੇ ਵੀ ਇਹ ਕੰਮ ਹੋ ਰਹੇ ਹਨ, ਇਹ ਇਸ ਵਾਸਤੇ ਮਾਇਆ ਦੀ ਬੜੀ ਲੋੜ ਹੁੰਦੀ ਹੈ। ਮਹਾਪੁਰਸ਼ਾਂ ਨੇ 129 ਸਕੂਲ ਅਤੇ 2 ਯੂਨੀਵਰਸਿਟੀਆਂ ਖੋਲ੍ਹ ਦਿੱਤੀਆਂ ਹਨ। ਸਾਡੇ 129 ਸਕੂਲਾਂ 'ਚੋਂ ਤਕਰੀਬਨ 70 ਸਕੂਲਸ ਸੈਂਟਰਲ ਬੋਰਡ ਨਾਲ ਐਫੀਲੀਏਟ ਹੋ ਗਏ ਹਨ। ਅਜੇ 50 ਸਕੂਲ ਹੋਣੇ ਹਨ। ਸਾਨੂੰ ਹਰ ਸਾਲ ਤਕਰੀਬਨ ਇਹ ਸਕੂਲ ਹੌਲੀ ਹੌਲੀ ਅਪਗ੍ਰੇਡ ਹੋ ਰਹੇ ਹਨ। 2nd ਤੱਕ ਸਟਾਰਟ ਹੋਏ ਸੀਗੇ, ਕੋਈ 3rd 'ਤੇ, ਕੋਈ 8th 'ਤੇ ਪਹੁੰਚ ਗਿਆ, ਕੋਈ 9th 'ਤੇ, ਕੋਈ 10th 'ਤੇ, ਅਤੇ ਹਰ ਸਾਲ ਸਾਨੂੰ ਤਕਰੀਬਨ 150-200 ਰੂਮਸ, ਕਲਾਸ ਰੂਮਸ ਬਣਾਉਣੇ ਹੁੰਦੇ ਹਨ। ਨਾਲ ਹੀ ਸਾਨੂੰ, ਕਿਉਂਕਿ ਜਿਹੜਾ ਪਹਿਲਾ ਸਕੂਲ ਸ਼ੁਰੂ ਹੋਇਆ ਸੀਗਾ 86 ਵਿੱਚ ਹੋਇਆ ਸੀ, ਉਸ ਦੀਆਂ ਰੈਨੋਵੇਸ਼ਨਸ ਕਰਨੀਆਂ, ਮੇਨਟੇਨੈਂਸ ਕਰਨੀ ਹੈ, ਸੜਕਾਂ ਬਣਾਉਣੀਆਂ ਸਕੂਲਾਂ ਦੀਆਂ। ਸੋ ਇਹ ਸਾਰੇ ਵਿੱਚ ਸਾਨੂੰ ਰਿਸੋਰਸਿਸ ਚਾਹੀਦੇ। ਪਲੱਸ ਜੋ ਮਹਾਪੁਰਸ਼ਾਂ ਦਾ ਆਸ਼ਾ ਸੀ ਕਿ ਅਸੀਂ 10,000 ਬੱਚੇ ਲੋੜਵੰਦ ਫ੍ਰੀ ਪੜ੍ਹਾਉਣੇ ਹਨ, 10,000 ਬੱਚੇ ਅਸੀਂ 50% ਕੰਸੈਸ਼ਨ 'ਤੇ ਪੜ੍ਹਾਉਣੇ ਹਨ। ਜੇ ਅਸੀਂ ਇਸ ਦਾ 50% ਟਾਰਗੇਟ ਹੀ ਅਚੀਵ ਕਰ ਚੁੱਕੇ ਹਾਂ। ਸੋ ਵੀ ਆਰ ਲੁਕਿੰਗ ਫॉर ਸਪਾਂਸਰਸ। ਇੱਕ ਹੋਰ ਬੀੜਾ ਜੋ ਚੁੱਕੀ ਹੈ ਸੰਸਥਾ ਨੇ ਕਿ ਜਿਹੜੇ ਪਿੰਡਾਂ ਦੇ ਗ੍ਰੰਥੀ ਹਨ, ਰਾਗੀ ਹਨ, ਪ੍ਰਚਾਰਕ ਹਨ, ਸੇਵਾਦਾਰ ਹਨ, ਜਿਹੜੇ ਵੀ ਗੁਰਦੁਆਰੇ, ਪਿੰਡ ਦਾ ਗੁਰਦੁਆਰਾ ਹੈ, ਉਹਨਾਂ ਦੇ ਬੱਚਿਆਂ ਨੂੰ ਅਸੀਂ ਫ੍ਰੀ ਐਜੂਕੇਸ਼ਨ ਦਿੰਦੇ ਹਾਂ। ਹੁਣੇ ਵਿਕ ਸਾਹਿਬ ਬੋਲ ਰਹੇ ਸੀਗੇ ਫਾਰਮਰਸ ਨੇ ਜਿਹਨਾਂ ਸੁਇਸਾਈਡ ਕੀਤਾ, ਉਹ ਵੀ ਸਾਡਾ ਓਪਨ ਆਫਰ ਹੈ। ਜਿਹੜਾ ਵੀ ਕੋਈ ਇਸ ਤਰ੍ਹਾਂ ਅਨਫੋਰਚੂਨੇਟ ਬੱਚਾ ਹੈ, ਅਸੀਂ ਉਸ ਨੂੰ ਫ੍ਰੀ ਪੜ੍ਹਾ ਰਹੇ ਹਾਂ। ਜਨਰਲੀ ਅਸੀਂ ਐਲਾਨ ਹੀ ਕੀਤਾ ਹੋਇਆ ਹੈ ਕਿ ਪੰਜਾਬ ਵਿੱਚ ਸਕੂਲ ਐਜੂਕੇਸ਼ਨ ਜਾਂ ਹਾਇਰ ਐਜੂਕੇਸ਼ਨ ਵਾਸਤੇ ਕੋਈ ਅਸੀਂ ਇਸ ਵਾਸਤੇ ਮਨਾ ਨਹੀਂ ਕਰ ਦੇਵਾਂਗੇ ਕਿ ਉਸ ਕੋਲ ਰਿਸੋਰਸਿਸ ਨਹੀਂ ਹੈ, ਬਿਕੋਜ਼ ਵੀ ਹੈਵ ਫੇਥ ਇਨ ਦ ਕਮਿਊਨਿਟੀ। ਸਾਨੂੰ ਇਹ ਪਤਾ ਹੈ ਕਿ ਅਸੀਂ ਜਿੰਨੇ ਵੀ ਬੱਚੇ ਐਨਰੋਲ ਕਰ ਲੈਂਦੇ ਹਾਂ, ਉਹ ਬਾਈ ਦ ਐਂਡ ਆਫ ਦ ਐਕੈਡਮਿਕ ਸੈਸ਼ਨ ਉਸ ਤੋਂ 70-80% ਸਪੋਂਸਰ ਹੋ ਜਾਂਦੇ ਹਨ। ਸੋ ਅਸੀਂ ਮਾਰਚ ਅਪ੍ਰੈਲ ਵਿੱਚ ਜਿਸ ਸਮੇਂ ਇਹ ਐਨਰੋਲਮੈਂਟ ਹੁੰਦੀਆਂ ਹਨ, ਅਸੀਂ ਮਹਾਰਾਜ ਦਾ 'ਤੇ ਭਰੋਸਾ ਰੱਖ ਕੇ ਤਕਰੀਬਨ 1,500-2 ਹਜ਼ਾਰ ਬੱਚੇ ਹਰ ਸਾਲ ਜੋ ਲੋੜਵੰਦ ਬੱਚੇ ਹਨ, ਜਿਨ੍ਹਾਂ ਨੂੰ ਸਪੋਂਸਰਸ਼ਿਪ ਦੀ ਲੋੜ ਹੈ, ਅਸੀਂ ਉਹ ਦਾਖਲ ਕਰ ਲੈਂਦੇ ਹਾਂ। ਐਂਡ ਗ੍ਰੈਜੂਅਲੀ ਓਵਰ ਦਾ ਈਅਰ ਦੇ ਗੈਟ ਸਪੋਂਸਰਡ। ਸਪੋਂਸਰਸ਼ਿਪ ਦਾ ਜਿੱਥੇ ਤੱਕ ਸਵਾਲ ਹੈ, ਉਹ ਇੱਕ ਬੱਚੇ ਦੀ ਜੋ ਸਾਲ ਦੀ ਐਜੂਕੇਸ਼ਨ ਹੈ ਪਿੰਡ ਦੇ ਬੱਚੇ ਦੀ, ਦੈਟ ਇਜ਼ $500। ਜੇ ਕੋਈ ਐਂਡੋਮੈਂਟ ਕਰਾਉਣਾ ਚਾਹੁੰਦਾ ਹੈ, ਸੋ then he has to deposit $5,000, ਜਿਸ ਨਾਲ ਪਰਪੀਚੁਇਟੀ ਵਾਸਤੇ ਇੱਕ ਬੱਚਾ ਉਸ ਐਂਡੋਮੈਂਟ ਤੋਂ ਪੜ੍ਹਦਾ ਰਹੇਗਾ ਲਾਈਫ ਟਾਈਮ ਜੀ। and once he graduates and goes, another child is taken with that endowment. This is $5,000. ਹਾਇਰ ਐਜੂਕੇਸ਼ਨ ਵਾਸਤੇ ਜਿਹੜੇ ਯੂਨੀਵਰਸਿਟੀ ਵਿੱਚ ਬੱਚੇ ਪੜ੍ਹ ਰਹੇ ਹਨ, ਉਹਨਾਂ ਦੀ endowment $10,000 ਹੈ ਔਰ ਉਹਨਾਂ ਦਾ ਈਅਰਲੀ ਫੀ ਇਜ਼ $1,000। ਇੱਥੇ ਦੇ ਹਿਸਾਬ ਦੇ ਨਾਲ ਜੀ that amount, I mean, is doable ਸੰਗਤਾਂ ਵੱਲੋਂ। ਹਾਂਜੀ, ਸੋ ਬਟ ਉਹਨਾਂ ਵਾਸਤੇ ਬਹੁਤ ਹੈਲਪ ਹੈ ਨਾ ਜੀ। ਜਿਹੜੇ ਉਹ ਗਰੀਬ ਬੱਚੇ ਹਨ, ਜੋ those who are struggling to even make their two ends meet, ਉਹਨਾਂ ਨੂੰ ਇਹ opportunity ਮਿਲ ਜਾਂਦੀ ਹੈ ਹਾਇਰ ਐਜੂਕੇਸ਼ਨ ਦੀ। ਐਂਡ ਫॉर ਪੇਸ਼ੈਂਟ ਆਫ ਡਰਗ ਡੀ ਐਡਿਕਸ਼ਨ,
ਜਿਹੜਾ ਉਸਦਾ ਇੰਸਟੀਟਿਊਸ਼ਨਲ ਐਡਮਿਸ਼ਨ ਹੋਣ ਤੋਂ ਬਾਅਦ ਜੋ ਟ੍ਰੀਟਮੈਂਟ ਦਾ ਕਾਸਟ ਹੈ that also is $500 for each patient for the about 3 to 4 to 5 weeks he stays in our hospital. ਉਹ $500 ਹੈ। ਸੋ ਜੋ ਵੀ ਅਸੀਂ ਬੇਨਤੀ ਕਰਾਂਗੇ ਕਿ ਜਿੱਥੇ ਵੀ ਅਸੀਂ ਕੰਟਰੀਬਿਊਟ ਕਰਨਾ ਚਾਹੁੰਦੇ ਹਾਂ, ਚਾਹੇ ਅਸੀਂ ਬੱਚੇ ਸਪਾਂਸਰ ਕਰੀਏ, ਚਾਹੇ ਵੈਸੇ ਜਨਰਲ ਜੋ ਫੰਡ ਹੈ ਇੰਸਟੀਟਿਊਸ਼ਨ ਡਿਵੈਲਪਮੈਂਟ ਦਾ ਉਸ ਵਿੱਚ ਕੰਟਰੀਬਿਊਟ ਕਰੀਏ, ਇਹੀ ਦਾਸ ਬੇਨਤੀ ਕਰਨ ਆਇਆ ਹੈ। ਨਾਲ ਹੀ ਇਹ ਵੀ ਆਪ ਜੀ ਦੇ ਨੂੰ ਜਾਣੂ ਕਰਾ ਦਈਏ ਕਿ ਜਦ ਇਹ ਅਸੀਂ ਡਿਵੈਲਪਮੈਂਟ ਕਰਨੀ ਸੀ ਸਾਡੇ ਕੋਲ ਰਿਸੋਰਸਿਸ ਨਹੀਂ ਸੀ, ਅਤੇ ਬਾਬਾ ਜੀ ਨੇ ਇਹ ਨਿਰਣੇ ਲਿਆ ਕਿ ਭਾਈ ਅਸੀਂ ਇੱਕ ਕਰਜ਼ਾ ਚੁਕਾਉਣਾ ਕਲਗੀਆਂ ਵਾਲਿਆਂ ਦਾ, ਅਤੇ ਅਸੀਂ ਬੈਂਕ ਤੋਂ ਲੋਨਸ ਲੈ ਕੇ ਇਹ ਇੰਸਟੀਟਿਊਸ਼ਨ ਬਣਾਏ ਹਨ ਜੀ। ਇਤਨਾ ਭਰੋਸਾ ਸੀ ਮਹਾਂਪੁਰਸ਼ਾਂ ਨੂੰ। ਆਈ ਰਿਮੈਂਬਰ ਡਿਊਰਿੰਗ ਹਿਸ ਲਾਸਟ ਡੇਜ਼ ਆਫ ਹਿਸ ਜਰਨੀ ਆਲਮੋਸਟ ਰੋਜ਼ ਹੀ ਪੁੱਛ ਲੈਂਦੇ ਸੀ ਮੈਨੂੰ ਕਿ ਕਾਕਾ ਕਿੰਨਾ ਲੋਨ ਰਹਿ ਗਿਆ। ਸੋ ਆਈ ਗੋਟ ਦਾ ਇੰਪ੍ਰੈਸ਼ਨ ਕਿ ਉਹ ਇਸੀ ਵਾਸਤੇ ਉਹ ਆਪਣਾ ਜੋ ਉਹਨਾਂ ਦਾ ਸਮਾਂ ਸੀਗਾ ਉਹ ਪੂਰਾ ਨਹੀਂ ਹੋ ਰਿਹਾ ਸੀ ਕਿ ਬਈ ਮੈਂ ਇਹ ਲੋਨ ਜਿਤਨਾ ਘੱਟ ਜਾਏ ਉਹ ਘੱਟ ਲੋਨ ਬੱਚਿਆਂ 'ਤੇ ਛੋੜ ਕੇ ਜਾਵਾਂ ਤਾਂ ਕਿ ਅੱਗੇ ਸੰਭਾਲ ਪਾਉਣ। ਅਜੇ ਵੀ ਸਾਡੇ ਕੋਲ ਤਕਰੀਬਨ ਸਾਡਾ $5 ਮਿਲੀਅਨ ਅਜੇ ਵੀ ਸਾਡਾ ਇਹ ਲੋਨ ਤਕਰੀਬਨ ਬਾਕੀ ਹੈ। ਸੋ ਇਹ ਦਾਸ ਬੇਨਤੀ ਕਰੇਗਾ ਤੁਸੀਂ ਇਹ ਸਾਰੇ ਪ੍ਰੋਜੈਕਟਸ ਹਨ ਅਤੇ ਨਾਲ ਹੀ ਇਹ ਲੋਨ ਵੀ ਹੈਗਾ, ਮੇਨਟੇਨੈਂਸ ਕੰਸਟਰਕਸ਼ਨ ਸਕੂਲਸ ਦੀ ਵੀ ਨਾਲ ਚੱਲਦੀ ਰਹਿੰਦੀ ਹੈ। ਜਿੱਥੇ ਵੀ ਸੰਗਤਾਂ ਦਾ ਮਨ ਕਰੇ ਉਹ ਆ ਕੇ ਕੰਟਰੀਬਿਊਟ ਕਰਨ, ਅਤੇ ਸਾਡੀ ਅਕਾਊਂਟਿੰਗ ਪ੍ਰੋਸੈਸਿਸ ਬਿਲਕੁਲ ਟਰਾਂਸਪੇਰੈਂਟ ਹੈਗੇ ਜੀ, ਦੇ ਆਰ ਇਨ ਪਬਲਿਕ ਡੋਮੇਨ, ਤਾਂ ਕਿ ਕਿਸੇ ਨੂੰ ਇਹ ਕਿਸੇ ਕਿਸਮ ਦਾ ਡਾਊਟ ਨਹੀਂ ਹੋਣਾ ਚਾਹੀਦਾ ਕਿ ਜਿਹੜੀ ਉਹਨਾਂ ਦੇ ਕੰਟਰੀਬਿਊਸ਼ਨਸ ਹਨ ਉਹ ਜੁਡੀਸ਼ੀਅਸਲੀ ਇਸਤੇਮਾਲ ਨਹੀਂ ਹੋ ਰਹੀਆਂ। ਇਹ ਦਾਸ ਦੀ ਬੇਨਤੀ ਹੈ ਸਾਰੀ ਸੰਗਤਾਂ ਵਾਸਤੇ ਜੀ। once again ਡਾਕਟਰ ਦਵਿੰਦਰ ਸਿੰਘ ਜੀ ਜੋ ਕਿ ਯੂਨਾਈਟਿਡ ਸਟੇਟਸ ਪਹੁੰਚੇ ਹਨ, ਇਸ ਪੂਰਾ ਮਹੀਨਾ ਸੰਗਤਾਂ ਦੇ ਨਾਲ ਇੱਥੇ ਮਿਲਣ ਲਈ ਟੂਰ ਕਰ ਰਹੇ ਹਨ। ਤੁਸੀਂ ਵੀ ਮਿਲ ਸਕਦੇ ਹੋ। ਜਿਸ ਤਰ੍ਹਾਂ ਡਾਕਟਰ ਦਵਿੰਦਰ ਸਿੰਘ ਜੀ ਨੇ ਦੱਸਿਆ, ਬੱਚਿਆਂ ਦੀ ਸਪਾਂਸਰਸ਼ਿਪ ਦੀ ਵੱਖ ਕਾਸਟਸ ਹੈਗੀਆਂ, ਇਸ ਇੰਨੇ ਵੱਡੇ ਕਾਰਜ ਨੂੰ ਮੇਨਟੇਨ ਕਰਨ ਦੀ ਕਾਸਟ ਹੈਗੀਆਂ, ਅਤੇ ਇਹ ਕਾਸਟ ਸੰਗਤ ਅਤੇ ਕਮਿਊਨਿਟੀ, ਇਹ ਕਾਰਜ ਵੀ ਕਮਿਊਨਿਟੀ ਦਾ ਹੈਗਾ, ਕਮਿਊਨਿਟੀ ਤੋਂ ਪੂਰਾ ਹੋ ਰਿਹਾ ਹੈ। ਤੁਸੀਂ ਕਿਸ ਤਰ੍ਹਾਂ ਇਸ ਕਾਜ਼ ਦੇ ਵਿੱਚ ਜੁੜ ਸਕਦੇ ਹੋ? ਸਕਰੀਨ 'ਤੇ ਲਿਖੀ ਹੋਈ ਇਨਫੋਰਮੇਸ਼ਨ ਨੋਟ ਕਰ ਲਓ। ਰਵੀਦੀਪ ਕੌਰ ਮੁਕਤਾ ਜੀ ਦੇ ਨਾਲ ਤੁਸੀਂ ਕਨੈਕਟ ਕਰ ਸਕਦੇ ਹੋ। ਅਸੀਂ ਇੱਥੇ ਪਹੁੰਚੀ ਹੋਈ ਸਿਐਟਲ ਦੀ ਸੰਗਤ ਨੂੰ ਧੰਨਵਾਦ ਕਰਦੇ ਹਾਂ। ਇੱਕ ਹੋਰ ਪ੍ਰੋਗਰਾਮ ਸਿਐਟਲ ਤੋਂ ਤੁਹਾਡੇ ਨਾਲ ਕੱਲ੍ਹ ਵੀ ਪੇਸ਼ ਕਰਾਂਗੇ, ਕਿਉਂਕਿ ਇੱਥੇ ਸੰਗਤ ਇੰਨੇ ਹੀ ਪਿਆਰ ਨੇ ਉਤਸ਼ਾਹ ਦੇ ਨਾਲ ਇਸ ਮਿਸ਼ਨ ਦੇ ਵਿੱਚ ਜੁੜੀ ਹੋਈ ਹੈ। ਅਸੀਂ ਸਾਰਿਆਂ ਦੇ ਨਾਲ ਤੁਹਾਡੀ ਵੀ ਗੱਲ ਕਰਾਉਣਾ ਚਾਹੁੰਦੇ ਹਾਂ। ਇਸ ਪ੍ਰੋਗਰਾਮ ਨੂੰ ਲੈ ਕੇ ਸਾਡੇ ਲਈ ਜਾਂ ਬੜੂ ਸਾਹਿਬ ਕਲਗੀਧਰ ਟਰੱਸਟ ਦੀ ਟੀਮ ਲਈ ਕੋਈ ਵੀ ਕੁਐਸਚਨਸ, ਕਮੈਂਟਸ, ਕੰਸਰਨਸ ਤੁਸੀਂ ਜ਼ਰੂਰ ਸਾਨੂੰ ਲਿਖ ਸਕਦੇ ਹੋ info@justbroadcasting.com, ashmita@justbroadcasting.com। ਹੁਣ ਸਾਨੂੰ ਸਾਰਿਆਂ ਨੂੰ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।